पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਫਤਿਹ ਅਰਜ਼ ਕਰਦੀ ਹਾਂ जी। वाहिगुरू जी का खालसा वाहिगुरू जी की फतेह। मस्से रंगड़ नूं करनी दा फल भाग दूजा पन्ना नंबर 37। ਜ਼ਕਰੀਆ ਖਾਨ ਦੀ सूबेदारी ਦੇ ਪਹਿਲੇ 6 ਸਾਲ ਅਤੇ ਸਿੰਘਾਂ ਦੇ ਕਾਰਨਾਮੇ 1726 ਤੋਂ 1732 ਈਸਵੀ। ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਅਬਦੁਸਮਦ ਖਾਨ ਨੇ ਸਿੱਖਾਂ ਦਾ ਤਲਾ ਮੂਲ ਪੁੱਟਣ ਵਿੱਚ ਕੋਈ ਕਸਰ ਨਹੀਂ ਛੱਡੀ। ਪਿਛਲੇ 2 ਸਾਲਾਂ ਵਿੱਚ ਜਦ ਉਹ ਪ੍ਰਬੰਧ ਪੱਖੋਂ ਕੁੱਥਾ ਫਸ ਗਿਆ ਤਾਂ ਆਪਣੇ ਮਨੋਰਥ ਲਈ ਸਿੰਘਾਂ ਨਾਲ ਥੋੜੀ ਜਿਹੀ ਰਸਾਈ ਵੀ ਕਰ ਲਈ ਤੇ ਉਹਨਾਂ ਤੋਂ ਪੱਟੀਆਂ, ਖਰਲਾਂ, ਬਲੋਚਾਂ ਤੇ ਪਚਾਦਿਆਂ ਨੂੰ ਦਬਾਉਣ ਲਈ ਸਹਾਇਤਾ ਵੀ ਲਈ। ਸਿੱਖਾਂ ਦਾ ਸਰਵਨਾਸ਼ ਕਰਨ ਲਈ ਜੋ ਉਸ ਦੀ ਨੀਤੀ ਸੀ ਉਸ ਵਿੱਚ ਕੋਈ ਫਰਕ ਨਾ ਆਇਆ। ਫਿਰ ਦਿੱਲੀ ਦਰਬਾਰ ਨੇ ਉਸ ਨੂੰ ਮੁਲਤਾਨ ਬਦਲ ਕੇ ਉਸ ਦੀ ਥਾਂ ਪੰਜਾਬ ਰਾਜ ਦੀ ਵਾਗਡੋਰ ਉਸ ਦੇ ਤਜਰਬਾਕਾਰ ਤੇ ਚਤਰ ਪੁੱਤਰ ਜ਼ਕਰੀਆ ਖਾਨ ਦੇ ਹੱਥ ਦੇ ਦਿੱਤੀ। ਜ਼ਕਰੀਆ ਖਾਨ ਨੇ ਆਉਂਦਿਆਂ ਹੀ ਬਾਪ ਦੀ ਨੀਤੀ ਬਦਲ ਕੇ ਸਿੰਘਾਂ ਉੱਤੇ ਕਰੜੀ ਸਖਤੀ ਆਰੰਭ ਦਿੱਤੀ। ਸਿੰਘਾਂ ਨੇ ਪਿੰਡ ਗਰਾਂ ਛੱਡ ਕੇ ਜੰਗਲਾਂ, ਬੇਲਿਆਂ, ਪਹਾੜਾਂ ਤੇ ਥਲਾਂ ਵਿੱਚ ਜਾ ਟਿਕਾਣੇ ਮੱਲੇ। ਉਹ ਇਸ ਆਸ ਤੇ ਪਾਸੇ ਹੋ ਗਏ ਸਨ ਕਿ ਸ਼ਾਇਦ ਸਮਾਂ ਪੈ ਜਾਣ ਨਾਲ ਹਾਲਾਤ ਆਪਣੇ ਆਪ ਹੀ ਬਦਲ ਜਾਣ ਤੇ ਬੁਰੀ ਤਰ੍ਹਾਂ ਕੀਤੀ ਜਾ ਰਹੀ ਸਖਤੀ ਦਾ ਦੌਰ ਖਤਮ ਹੋ ਜਾਵੇ। ਪਰ ਜ਼ਕਰੀਆ ਖਾਨ ਤਾਂ ਆਇਆ ਹੀ ਸਿੱਖਾਂ ਦਾ ਬੀਜ ਨਾਸ ਕਰਨ ਲਈ ਸੀ, ਦੁਨੀਆ ਚੋਂ ਉੱਕਾ ਹੀ ਨਾਮੋ ਨਿਸ਼ਾਨ ਮਿਟਾ ਦੇਣ ਲਈ। ਇਸ ਲਈ ਹੁਣ ਸਿੰਘਾਂ ਲਈ ਇਸ ਤੋਂ ਵੱਧ ਹੋਰ ਕੋਈ ਰਾਹ ਨਹੀਂ ਸੀ ਰਹਿ ਗਿਆ ਕਿ ਆਪਣੇ ਆਪ ਨੂੰ ਜਥੇਬੰਦ ਕਰਕੇ ਸਰਕਾਰ ਨਾਲ ਸਿੱਧੀ ਟੱਕਰ ਲੈਣ। ਜ਼ਕਰੀਆ ਖਾਨ ਤਾਂ ਸਿੰਘਾਂ ਦੀ ਜ਼ਿੰਦਗੀ ਦਾ ਘੇਰਾ ਤੰਗ ਤੋਂ ਤੰਗ ਕਰੀ ਆ ਰਿਹਾ ਸੀ। ਉਹਨਾਂ ਨੂੰ ਟੱਕਰੇ ਲਈ ਹਥਿਆਰ, ਘੋੜੇ, ਸਾਜੋ ਸਮਾਨ ਤੇ ਖਾਣ ਪੀਣ ਦੀਆਂ ਵਸਤਾਂ ਤੇ ਇਸ ਕੰਮ ਲਈ ਧਨ ਦੌਲਤ ਚਾਹੀਦਾ ਸੀ। ਇਹ ਕਿੱਥੋਂ ਆਵੇ? ਫੈਸਲਾ ਹੋਇਆ ਜਿੱਥੋਂ ਅਤੇ ਜਿਵੇਂ ਦਾ ਲੱਗੇ ਇਹ ਸਭ ਕੁਝ ਸਰਕਾਰ ਤੋਂ ਹੀ ਝਪਟਿਆ ਜਾਵੇ। ਇਸ ਕੰਮ ਲਈ ਸਿੰਘਾਂ ਦਾ ਵੱਡਾ ਸ਼ਿਕਾਰ ਉਹ ਗਸ਼ਤੀ ਫੌਜ ਸੀ ਜੋ ਉਹਨਾਂ ਪਿੱਛੇ ਸ਼ਿਕਾਰੀਆਂ ਵਾਂਗ ਲੱਗੀ ਹੋਈ ਸੀ। ਇਸ ਤੋਂ ਬਿਨਾਂ ਸਰਕਾਰੀ ਖਜ਼ਾਨਿਆਂ ਦੀਆਂ ਰਾਖੀਆਂ ਗਾਰਦਾਂ, ਹਥਿਆਰਾਂ ਦੀ ਸਪਲਾਈ ਵਾਲੇ ਕਾਫਲੇ, ਸ਼ਾਹੀ ਅਸਤਬਲਾਂ ਲਈ ਘੋੜਿਆਂ ਦੇ ਸੌਦਾਗਰਾਂ ਦੇ ਕਾਫਲੇ, ਰਸਦ ਤੇ ਦਾਣਾ ਪੱਠਾ ਲਈ ਜਾਂਦੇ ਸਰਕਾਰੀ ਗੱਡੀਆਂ, ਊਂਠਾਂ, ਘੋੜਿਆਂ, ਖੱਚਰਾਂ ਦੇ ਕਾਫਲੇ, ਚੌਧਰੀਆਂ ਦੀਆਂ ਫਸਲਾਂ ਤੇ ਸਰਕਾਰ ਲਈ ਰਾਖਵੇਂ ਰੱਖੇ ਅਨਾਜ ਦੇ ਜ਼ਖੀਰੇ ਆਦਿ ਸਨ, ਜਿਨ੍ਹਾਂ ਨੂੰ ਸਿੰਘਾਂ ਜਿਸ ਢੰਗ ਨਾਲ ਵੀ ਸੂਤਰ ਆਇਆ ਲੁੱਟਣਾ ਸ਼ੁਰੂ ਕਰ ਦਿੱਤਾ। ਅਚਨਚੇਤ ਆਕਾਸ਼ੋਂ ਪੈਂਦੀ ਬਿਜਲੀ ਵਾਂਗ ਪੈਂਦੇ ਤੇ 2 ਹੱਥ ਮਾਰ ਕੇ ਹਵਾ ਹੋ ਜਾਂਦੇ। ਫੌਜਾਂ ਜਦ ਮੌਕਿਆਂ ਵਾਲੇ ਥਾਂ ਅੱਪੜਦੀਆਂ ਤਾਂ ਕਿਸੇ ਦੂਜੇ ਪਾਸਿਓਂ ਸੁਣਾਉਣੀਆਂ ਆ ਜਾਂਦੀ ਕਿ ਇੱਥੇ ਇੰਨੇ ਜਵਾਨ ਤੇ ਅਫਸਰ ਸਿੰਘਾਂ ਵੱਲੋਂ ਸ਼ਬਖੂਨ ਵਿੱਚ ਮਾਰੇ ਗਏ ਹਨ ਤੇ ਇੰਨਾ ਮਾਲੀ ਨੁਕਸਾਨ ਹੋ ਗਿਆ ਹੈ। ਫੌਜ ਸਿੰਘਾਂ ਮਗਰ ਤੇ ਸਿੰਘ ਫੌਜ ਮਗਰ। ਇਸ ਢੰਗ ਦੀ ਟੱਕਰ ਦਾ ਨਿਸ਼ਾਨਾ ਇਹ ਸੀ ਕਿ ਲਾਹੌਰ ਦੀ ਹਕੂਮਤ ਨੂੰ ਜਿਸ ਢੰਗ ਤਰੀਕੇ ਨਾਲ ਵੀ ਹੋਵੇ ਮਾਰ ਕੇ ਇੰਨੀ ਕਮਜ਼ੋਰ ਤੇ ਜਰਜਰੀ ਕਰ ਦਿੱਤਾ ਜਾਏ ਕਿ ਉਹ ਸਖਤੀ ਕਰਨ ਜੋਗੀ ਰਹਿ ਹੀ ਨਾ ਜਾਏ। ਸਿੰਘਾਂ ਮੂਹਰੇ 2 ਹੀ ਰਾਹ ਸਨ। ਇੱਕ ਇਹ ਕਿ ਅਣਖਹੀਣ ਤੇ ਸਾਹਸਹੀਣ ਹੋ ਕੇ ਕਾਇਰਾਂ ਵਾਂਗ ਮੁਗਲਾਂ ਦੇ ਜ਼ੁਲਮ ਜ਼ਬਰ ਅੱਗੇ ਧੌਣ ਸੁੱਟ ਦੇਣ, ਮਾਰ ਖਾਈ ਜਾਣ ਤੇ ਸਦਾ ਲਈ ਮਿਟ ਜਾਣ। ਦੂਜਾ ਇਹ ਕਿ ਹੱਥਾਂ ਵਿੱਚ ਸ਼ਸਤਰ ਫੜ ਕੇ ਮੱਥੇ ਜੋੜ ਕੇ ਮੈਦਾਨ ਵਿੱਚ ਡਟ ਜਾਣ ਤੇ ਮਾਰ ਜ਼ੁਲਮ ਜ਼ਬਰ ਕਰਨ ਵਾਲੀ ਸਰਕਾਰ ਦਾ ਮੂੰਹ ਭੁਆ ਦੇਣ। ਪਹਿਲੇ ਰਾਹ ਦੀ ਹਿੰਦੁਸਤਾਨ ਵਿੱਚ ਪਿਰਤ ਪੈ ਚੁੱਕੀ ਸੀ ਤੇ ਇਹ ਰਾਹ ਸਦੀਵੀ ਗੁਲਾਮੀ ਦੇ ਜੀਵਨ ਦੀ ਮੰਜ਼ਿਲ ਤੇ ਮੁੱਕਦਾ ਸੀ। ਇਸ ਦੀ ਇੱਥੇ ਚੰਗੀ ਅਜਮਾਇਸ਼ ਹੋ ਚੁੱਕੀ ਸੀ। ਇਸ ਨੇ ਅਤਿਆਚਾਰ ਨੂੰ ਉਭਾਰਿਆ ਸੀ। ਜਰਵਾਣਿਆਂ ਤੇ ਧਾੜਵੀਆਂ ਨੂੰ ਚੰਗੂ ਹੱਲਾ ਸ਼ੇਰੀ ਦੇ ਕੇ ਹਿੰਦੁਸਤਾਨ ਦੇ ਧਨ ਦੌਲਤ ਤੇ ਸੱਤ ਪੱਤ ਦੀ ਲੁੱਟ ਦੇ ਰਾਹ ਉਹਨਾਂ ਲਈ ਡਾਢੇ ਮੋਕਲੇ ਕਰ ਛੱਡੇ ਸਨ। ਸਿੱਟਾ ਹਜ਼ਾਰਾਂ ਵਰਿਆਂ ਦੀ ਗੁਲਾਮੀ, ਜ਼ਾਲਮ ਹਾਕਮਾਂ ਦੇ ਅਤਿਆਚਾਰ, ਲੋਕਾਂ ਵਿੱਚ ਕਾਇਰਤਾ ਤੇ ਬੇਅਣਖੀ ਦਾ ਜੀਵਨ ਨਿਕਲਿਆ ਸੀ। ਦੂਜਾ ਰਸਤਾ ਸੀ ਜ਼ੁਲਮ ਜ਼ਬਰ ਦੇ ਵਿਰੁੱਧ ਡਟ ਜਾਣ ਦਾ। ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਨੇ ਜ਼ੁਲਮ ਜ਼ਬਰ ਤੇ ਬੇਇਨਸਾਫੀ ਵਿਰੁੱਧ ਸੂਰਮਿਆਂ ਵਾਂਗ ਡਟ ਜਾਣ ਲਈ ਹਿੰਦੁਸਤਾਨ ਦੀ ਨਿਮਾਣੀ ਲੁਕਾਈ ਨੂੰ ਸਾਹਸ ਭਰਿਆ ਲਲਕਾਰਾ ਮਾਰਿਆ। ਇਸੇ ਮਨੋਰਥ ਦੀ ਪੂਰਤੀ ਲਈ ਖਾਲਸੇ ਦੀ ਸਿਰਜਣਾ ਕੀਤੀ ਗਈ। ਉਹ ਜਾਣਦੇ ਸਨ ਕਿ ਅਤਿਆਚਾਰੀ ਹਾਕਮਾਂ ਦੇ ਮਨਾਂ ਤੇ ਵੇਦਾਂ ਸ਼ਾਸਤਰਾਂ ਤੇ ਕੁਰਾਨਾਂ ਦੀ ਸਿੱਖਿਆ ਕੋਈ ਅਸਰ ਨਹੀਂ ਕਰਦੀ। ਅਤਿਆਚਾਰੀ ਨਿਜ਼ਾਮ ਇੱਕ ਭਰੇ ਹੋਏ ਫੋੜੇ ਵਾਂਗ ਹੁੰਦਾ ਹੈ ਜਿਸ ਦਾ ਇਲਾਜ ਤਲਵਾਰ ਰੂਪੀ ਨਿਸ਼ਤਰ ਹੁੰਦੀ ਹੈ, ਜਿਸ ਨਾਲ ਇਸ ਨੂੰ ਚੀਰ ਫਾੜ ਕੇ ਸਾਫ਼ ਕੀਤਾ ਜਾ ਸਕਦਾ ਹੈ।
औरंगजेब ਦੇ ਰਾਜ ਦੀ ਹਾਲਤ ਤੇ ਹੋਣ ਵਾਲੇ ਅਤਿਆਚਾਰਾਂ ਨੂੰ ਸਾਹਮਣੇ ਰੱਖਦਿਆਂ ਗੁਰੂ ਗੋਬਿੰਦ ਸਿੰਘ ਵੱਲੋਂ ਔਰੰਗਜ਼ੇਬ ਨੂੰ ਲਿਖੇ ਜ਼ਫਰਨਾਮੇ ਦਾ ਇਹ ਸ਼ੇਅਰ ਇਸ ਉਪਰੋਕਤ ਲਿਖੀ ਸੱਚਾਈ ਦਾ ਲਖਾਇਕ ਹੈ। ਚੂਕਾਰ ਅਜ਼ ਹਮਾ ਹੀਲਤੇ ਦੁਰਗਜਸ਼ਟ ਹਲਾਲ ਅਸਤ ਬੁਰਦਨ ਬਹ ਸ਼ਮਸ਼ੀਰ ਦਸਤ, ਅਰਥਾਤ ਗੱਲ ਹੀਲਿਓਂ ਸਾਰਿਓਂ ਜਦ ਲੰਘ ਜਾਵੇ, ਜਾਇਜ਼ ਤਦੋਂ ਹੈ ਹੱਥ ਤਲਵਾਰ ਫੜਨੀ। ਇਹ ਸਿੰਘ ਕਾਇਰਾਂ, ਅਣਖਹੀਣਾ ਤੇ ਬੇਹਿੰਮਤੀਆਂ ਦਾ ਟੋਲਾ ਨਹੀਂ ਸੀ, ਸਗੋਂ ਉਹ ਗੁਰੂ ਨਾਨਕ ਦੇਵ ਦੀ ਸਾਹਸ ਭਰਪੂਰ ਨਿਡਰਤਾ ਤੇ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖਿਆ ਦੇ ਧਾਰਨੀ ਸਨ। ਉਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਫਰਮਾਨ ਵੀ ਯਾਦ ਸਨ ਕਿ ਸ਼ਸਤਰ ਗਰੀਬ ਦੀ ਰੱਖਿਆ ਅਤੇ ਜਰਵਾਣੇ ਦੀ ਭਖਿਆ ਲਈ ਸਜਾਏ ਜਾਂਦੇ ਹਨ। ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸੰਤ ਸਿਪਾਹੀ ਬਣ ਚੁੱਕੇ ਸਨ। ਇੱਕ ਹੱਥ ਮਾਲਾ ਤੇ ਦੂਜੇ ਹੱਥ ਆਬਦਾਰ ਤੇਗ ਵੀ ਸੀ। ਮੌਤ ਨੂੰ ਮਖੌਲ ਮਸ਼ਕਰੀਆਂ ਕਰਨੀਆਂ ਉਹ ਚੰਗੂ ਸਿੱਖ ਚੁੱਕੇ ਸਨ। ਉਹ ਅਕਾਰਨ ਕਿਸੇ ਕਿਸਮ ਦਾ ਫਸਾਦ ਖੜਾ ਕਰਨਾ ਨਹੀਂ ਸਨ ਚਾਹੁੰਦੇ, ਪਰ ਜਦ ਹਕੂਮਤ ਦੀਆਂ ਗਸ਼ਤੀ ਫੌਜਾਂ ਨੇ ਉਹਨਾਂ ਨੂੰ ਪਿੰਡਾਂ ਤੋਂ ਕੱਢ ਦਿੱਤਾ, ਜੰਗਲਾਂ ਬੇਲਿਆਂ ਵਿੱਚ ਉਹਨਾਂ ਨੂੰ ਟਿਕਣ ਨਾ ਦੇਵੇ, ਉਹਨਾਂ ਦੇ ਬਾਲ ਬੱਚੇ ਤੀਵੀਆਂ ਬਿਰਧਾਂ ਤੱਕ ਲਾਹੌਰ ਲਿਜਾ ਕੇ ਕਤਲ ਕਰ ਦਿੱਤੇ, ਉਹਨਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ, ਤਾਂ ਫਿਰ ਹਥਿਆਰ ਫੜੇ ਬਿਨਾਂ ਉਹਨਾਂ ਪਾਸ ਹੋਰ ਚਾਰਾ ਹੀ ਕੀ ਸੀ। ਉਹਨਾਂ ਹੁਣ ਜੰਗਲਾਂ ਬੇਲਿਆਂ ਵਿੱਚ ਬਹੁਤੀ ਗਿਣਤੀ ਵਿੱਚ ਇੱਕ ਥਾਂ ਰਹਿ ਕੇ ਸਮਾਂ ਬਤੀਤ ਕਰਨ ਨਾਲੋਂ ਖਿੱਲਰ ਕੇ ਵਿਚਰਨਾ ਸ਼ੁਰੂ ਕਰ ਦਿੱਤਾ। ਇੰਜ ਬਹੁਤੇ ਥਾਈਂ ਇੱਕ ਵਾਰ ਹੀ ਛਾਪੇ ਮਾਰੇ ਜਾ ਸਕਦੇ ਸਨ ਤੇ ਸਰਕਾਰ ਨੂੰ ਬਹੁਤ ਪਰੇਸ਼ਾਨ ਕੀਤਾ ਜਾ ਸਕਦਾ ਸੀ। ਸਿੰਘਾਂ ਦੀ ਔਖਿਆਈ ਦਾ ਤਾਂ ਕੀ ਅੰਤ ਸੀ, ਪਰ ਉਧਰ ਗਸ਼ਤੀ ਫੌਜ ਨੂੰ ਅਮਨ ਚੈਨ ਨਾਲ ਸੌਣਾ ਨਾ ਮਿਲਦਾ। ਉਹ ਘੋੜਿਆਂ ਉੱਤੇ ਚੜੇ ਚੜਾਏ ਉਗਲਾਉਂਦੇ ਫਿਰਦੇ। ਉਹਨਾਂ ਨੂੰ ਝਾੜ ਝਾੜ ਵਿੱਚੋਂ ਮੌਤ ਦਾ ਫਰਿਸ਼ਤਾ ਬੈਠਾ ਨਜ਼ਰ ਆਉਣ ਲੱਗ ਪਿਆ। ਫੌਜ ਰਾਠ ਸਿੰਘਾਂ ਨੂੰ ਫੜਨ ਜਾਂ ਮਾਰਨ ਨਾਲੋਂ ਆਪਣਾ ਬਚਾਓ ਬਹੁਤਾ ਕਰਦੀ। ਸਿੰਘਾਂ ਆਪਣੀ ਜਥੇਬੰਦੀ ਨੂੰ ਹੋਰ ਅਸਰਦਾਇਕ ਬਣਾਉਣ ਲਈ ਆਪਣੇ ਆਪ ਨੂੰ ਦੋ ਦਲਾਂ ਵਿੱਚ ਵੰਡ ਲਿਆ, ਇੱਕ ਬੁੱਢਾ ਦਲ ਤੇ ਦੂਸਰਾ ਤਰੁਣਾ ਦਲ। ਬੁੱਢਾ ਦਲ ਵਿੱਚ ਪੰਥ ਦੇ ਵਡੇਰੀ ਉਮਰ ਵਾਲੇ ਜਥੇਦਾਰ ਸਨ, ਜਿਵੇਂ ਦੀਵਾਨ ਦਰਬਾਰਾ ਸਿੰਘ, ਸਰਦਾਰ ਕਪੂਰ ਸਿੰਘ ਆਦਿ, ਜਿਨ੍ਹਾਂ ਭਾਈ ਮਨੀ ਸਿੰਘ ਦੀ ਜਥੇਦਾਰੀ ਵਿੱਚ ਅੰਮ੍ਰਿਤ ਛਕਿਆ ਸੀ। ਤਰੁਣਾ ਦਲ ਵਿੱਚ ਨੌਜਵਾਨ ਪੀੜ੍ਹੀ ਦੇ ਸੂਰਮੇ ਸਨ, ਜੋ ਨੱਠ ਭੱਜ ਚੰਗੀ ਤਰ੍ਹਾਂ ਕਰ ਸਕਦੇ ਸਨ ਤੇ 100 ਕੋਹਾਂ ਦੀਆਂ ਮੰਜ਼ਲਾਂ ਮਾਰਨੀਆਂ ਜਿਨ੍ਹਾਂ ਲਈ ਇੱਕ ਤੁੱਛ ਜਿਹੀ ਖੇਡ ਸੀ। ਗਸ਼ਤੀ ਫੌਜ ਦੀ ਸੁੱਖ ਸਾਂਦ ਜ਼ਿਆਦਾ ਤਰੁਣਾ ਦਲ ਹੀ ਪੁੱਛਦਾ ਹੁੰਦਾ ਸੀ। ਦੋਹਾਂ ਦਲਾਂ ਨੂੰ ਦਲ ਖਾਲਸਾ ਕਿਹਾ ਜਾਂਦਾ ਸੀ। ਦੋਹਾਂ ਦਲਾਂ ਦਾ ਅਸੂਲ ਸੀ ਕਿ ਪਿੰਡਾਂ ਦੀ ਵਸੋਂ ਮੁਸਲਮਾਨ ਹੋਵੇ ਜਾਂ ਹਿੰਦੂ, ਉਸ ਨੂੰ ਨਹੀਂ ਛੇੜਨਾ। ਕਰਨੀ ਦਾ ਫਲ ਸਿਰਫ ਉਹ ਹੀ ਭਰੇ ਜਿਸਨੇ ਸਰਕਾਰ ਦਾ ਪੱਖ ਲੈ ਕੇ ਸਿੰਘਾਂ ਨਾਲ ਵਧੀਕੀ ਕੀਤੀ ਹੋਵੇ। ਨੰਬਰਦਾਰ, ਚੌਧਰੀ, ਚੁਗਲ, ਤੁਅੱਸਬੀ, ਮੌਲਵੀ, ਮੁਲਾਣੇ ਤੇ ਮੁਫਤੀ ਕਾਜ਼ੀ ਚੁਣ ਚੁਣ ਕੇ ਸੋਧੇ ਜਾਣ ਤੇ ਇੰਜ ਹੀ ਹੋਇਆ। ਵਿਸਥਾਰ ਨਾਲ ਤਾਂ ਕਿਸੇ ਹੋਰ ਥਾਂ ਦਿੱਤਾ ਗਿਆ ਹੈ ਜੋ ਇੱਥੇ ਦੇਣਾ ਮੁਸ਼ਕਲ ਹੈ, ਪਰ ਇਸ਼ਾਰੇ ਮਾਤਰ ਕੁਝ ਕੁ ਘਟਨਾਵਾਂ ਦਰਜ ਕਰ ਦਿੰਦੇ ਹਾਂ ਤਾਂ ਕਿ ਜ਼ਕਰੀਆ ਖਾਨ ਦੀ ਤਾਕਤ ਤੇ ਸਫਲਤਾ ਦਾ ਪਾਠਕਾਂ ਨੂੰ ਪਤਾ ਲੱਗ ਜਾਵੇ। ਪਹਿਲਾ, ਸਾਵਣ ਭਾਦੋਂ ਸੰਮਤ 1783 ਬਿਕਰਮੀ, ਜੁਲਾਈ ਅਗਸਤ 1726 ਈਸਵੀ ਨੂੰ ਤਿੰਨਾਂ ਪਾਸਿਆਂ ਤੋਂ ਲਾਹੌਰ ਵੱਲ ਨੂੰ ਆ ਰਹੇ ਸ਼ਾਹੀ ਖਜ਼ਾਨੇ ਦਾ ਸਿੰਘਾਂ ਨੂੰ ਪਤਾ ਲੱਗ ਗਿਆ। ਨਾਲ ਤਕੜੀਆਂ ਗਾਰਦਾਂ ਤੇ ਗਸ਼ਤੀ ਫੌਜ ਦੇ ਫਿਰਦਿਆਂ ਹੋਇਆਂ ਵੀ ਚੂਨੀਆਂ ਦੇ ਇਲਾਕੇ ਵੱਲ ਦਾ ਤੁਰਿਆ ਆ ਰਿਹਾ ਮਾਲੀਆ, ਜ਼ਿਲ੍ਹਾ ਲਾਹੌਰ ਵਿਖੇ ਚਵਿੰਡੇ ਤਹਿਸੀਲ ਜ਼ਿਲ੍ਹਾ ਅੰਮ੍ਰਿਤਸਰ ਦਾ ਇਕੱਠਾ ਹੋਇਆ ਖਜ਼ਾਨਾ, ਚਵਿੰਡੇ ਦੀ ਜੂਹ ਵਿੱਚ ਤੇ ਕਸੂਰ ਵੱਲੋਂ ਆ ਰਿਹਾ ਖਜ਼ਾਨਾ ਕਾਨੇ ਕਾਛੇ ਜ਼ਿਲ੍ਹਾ ਲਾਹੌਰ ਲਾਗੇ ਲੁੱਟ ਲਿਆ ਗਿਆ। ਕੁਝ ਘੋੜੇ ਤੇ ਸਾਜੋ ਸਮਾਨ ਤੋਂ ਬਿਨਾਂ 5 ਲੱਖ ਰੁਪਏ ਸਿੰਘਾਂ ਦੇ ਹੱਥ ਲੱਗੇ। ਦੂਜਾ, ਘੋੜਿਆਂ ਦਾ ਕਾਫਲਾ ਲੁੱਟਣਾ। ਖਜ਼ਾਨਿਆਂ ਦੀ ਲੁੱਟ ਤੋਂ ਅਗਲੇ ਮਹੀਨੇ ਇਸੇ ਸਾਲ ਸਤੰਬਰ 1726 ਦੀ ਗੱਲ ਹੈ ਕਿ ਮੁਰਤਜ਼ਾ ਖਾਨ ਉਚਕ ਜਈ ਕੰਧਾਰੀ ਘੋੜਿਆਂ ਦਾ ਸੌਦਾਗਰ ਬੜੀ ਵਧੀਆ ਨਸਲ ਦੇ ਘੋੜੇ ਸ਼ਾਹੀ ਅਸਤਬਲ ਲਈ ਦਿੱਲੀ ਨੂੰ ਲਈ ਜਾ ਰਿਹਾ ਸੀ। ਸਿੰਘਾਂ ਨੂੰ ਵੀ ਕੰਸੋ ਮਿਲ ਗਈ ਕਿ ਇਹ ਸੌਦਾਗਰ ਕਾਫਲਾ ਨਾਲ ਲਈ ਜੰਡਿਆਲੇ ਉਤਰਿਆ ਹੋਇਆ ਹੈ। ਸਿੰਘਾਂ ਰਾਤ ਹੱਲਾ ਕੀਤਾ, ਸੁੱਤੇ ਪਏ ਸੁੱਤੇ ਹੀ ਰਹਿ ਗਏ। ਮੁਰਤਜ਼ਾ ਖਾਨ ਘਾਹ ਦੀਆਂ ਪੰਡਾਂ ਵਿੱਚ ਲੁੱਕ ਕੇ ਬਚ ਗਿਆ। ਸਿੰਘ ਲੋੜੀਂਦਾ ਸਮਾਨ ਤੇ ਸਾਰੇ ਘੋੜੇ ਲੈ ਕੇ ਉਹ ਗਏ ਤੇ ਬੰਡਾਲੇ ਦੀ ਬੀੜ ਵਿੱਚ ਜਾ ਵੜੇ। ਅਗਲੇ ਦਿਨ ਸਵੇਰੇ ਜੰਡਿਆਲੇ ਦੇ ਮਹੰਤ ਆਕਲ ਦਾਸ ਨੇ ਮੁਰਤਜ਼ਾ ਖਾਨ ਨੂੰ ਘਾਹ ਚੋਂ ਕੱਢ ਕੇ ਲਾਹੌਰ ਪਹੁੰਚਾ ਦਿੱਤਾ। ਤੀਜਾ, ਮੁਹੰਮਦ ਜਾਫਰ ਖਾਨ 7 ਹਜ਼ਾਰੀ, ਜੋ ਮੁਹੰਮਦ ਸ਼ਾਹ ਰੰਗੀਲੇ ਦਾ ਸਾਲਾ ਸੀ, ਇਸੇ ਸਾਲ ਸ਼ੁਰੂ ਸਰਦੀਆਂ ਵਿੱਚ ਕਾਫੀ ਸੋਨਾ ਚਾਂਦੀ, ਖੁਸ਼ਕ ਮੇਵੇ ਤੇ ਹੋਰ ਕੀਮਤੀ ਲੀੜਾ ਲੱਤਾ ਤੇ ਕੀਮਤੀ ਸਮਾਨ ਲੈ ਕੇ ਆਪਣੇ ਕਬੀਲੇ ਦੇ ਬਹੁਤ ਸਾਰੇ ਆਦਮੀਆਂ ਨਾਲ ਪਿਸ਼ਾਵਰੋਂ ਦਿੱਲੀ ਨੂੰ ਜਾ ਰਿਹਾ ਸੀ।
ਬੁੱਢਾ ਸਿੰਘ ਸ਼ੁਕਰ ਚੱਕੀਆ ਤੇ ਬਾਗ ਸਿੰਘ ਹੱਲੋਵਾਲੀਏ ਸਰਦਾਰ ਜੱਸਾ ਸਿੰਘ ਆਲੂਵਾਲੀਏ ਦਾ ਮਾਮਾ ਨੂੰ ਸ਼ਿਕਾਰ ਦੀ ਸੂਹ ਮਿਲ ਗਈ। ਉਹ ਬਾਜ ਵਾਂਗ ਸ਼ੂਟ ਮਾਰ ਕੇ ਆਏ ਤੇ ਬਿਆਸ ਦਰਿਆ ਦੇ ਕੰਢੇ ਗੋਇੰਦਵਾਲ ਵਿਖੇ ਇਹ ਕਾਫਲਾ ਜਾ ਮਾਰਿਆ ਤੇ ਪੂਰੀ ਤਰ੍ਹਾਂ ਮਾਂਜ ਸੁੱਟਿਆ। ਇਹ ਗੱਲ ਯਾਦ ਰੱਖੀ ਜਾਣੀ ਚਾਹੀਦੀ ਹੈ ਕਿ ਸਿੰਘ ਇਹਨਾਂ ਹੱਲਿਆਂ ਰਾਹੀਂ ਸ਼ਾਹੀ ਮਾਲ ਦੌਲਤ ਦੀ ਲੁੱਟ ਤੇ ਖੋਹ ਖਿੰਝ ਕਿਸੇ ਲਾਲਚ ਨੂੰ ਮੁੱਖ ਰੱਖ ਕੇ ਨਹੀਂ ਕਰਦੇ ਸਨ। ਕਈ ਲਿਖਾਰੀਆਂ ਨੇ ਗਲਤ ਅੰਦਾਜ਼ੇ ਲਾ ਕੇ ਸਿੰਘਾਂ ਨੂੰ ਡਾਕੂ ਤੇ ਲੁਟੇਰੇ ਲਿਖ ਮਾਰਿਆ ਹੈ। ਬਹੁਤੇ ਮੁਸਲਮਾਨ ਲਿਖਾਰੀ ਤੁਅੱਸਬ ਤੇ ਪੱਖਪਾਤ ਤੋਂ ਬਚ ਨਹੀਂ ਸਕੇ। ਹਿੰਦੂ ਲਿਖਾਰੀਆਂ ਨੇ ਆਪਣੇ ਮਾਲਕਾਂ ਨੂੰ ਸੱਚੀ ਗੱਲ ਲਿਖ ਕੇ ਨਾਰਾਜ਼ ਕਰਕੇ ਮੌਤ ਨਹੀਂ ਸੀ ਸਹੇੜਨੀ। ਉਹਨਾਂ ਮੁਸਲਮਾਨ ਇਤਿਹਾਸਕਾਰਾਂ ਨਾਲੋਂ ਵੀ ਵੱਧ ਕੇ ਸਿੱਖਾਂ ਨੂੰ ਕੋਸਿਆ ਤੇ ਭੰਡਿਆ ਹੈ। ਅੰਗਰੇਜ਼ ਲਿਖਾਰੀਆਂ ਨੇ ਇਹਨਾਂ ਸੌਮਿਆਂ ਨੂੰ ਹੀ ਆਪਣੀ ਜਾਣਕਾਰੀ ਦਾ ਆਧਾਰ ਬਣਾ ਕੇ ਇਤਿਹਾਸ ਵਿੱਚ ਕਾਫੀ ਰੋਲ ਘਚੋਲਾ ਮਾਰ ਦਿੱਤਾ ਹੈ। ਕੁਝ ਇੱਕ ਮੁਸਲਮਾਨ ਲਿਖਾਰੀਆਂ ਜਿਨ੍ਹਾਂ ਸੱਚ ਦਾ ਪੱਲਾ ਨਹੀਂ ਛੱਡਿਆ ਤੋਂ ਅਸਲ ਵਿਥਿਆ ਦਾ ਪਤਾ ਲੱਗਦਾ ਹੈ। ਸਿੰਘਾਂ ਦਾ ਇਹਨਾਂ ਹੱਲਿਆਂ ਤੋਂ ਇੱਕ ਹੀ ਮਨੋਰਥ ਸੀ ਕਿ ਲਾਹੌਰ ਦੀ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਜਾਵੇ ਤਾਂ ਕਿ ਸਿੰਘਾਂ ਉੱਤੇ ਅਜਾਈਂ ਅਤਿਆਚਾਰ ਕਰਨ ਵੱਲੋਂ ਉਸ ਦਾ ਧਿਆਨ ਘਟ ਜਾਵੇ। ਉਸ ਨੂੰ ਕਮਜ਼ੋਰ ਕਰਨ ਤੋਂ ਬਿਨਾਂ ਹੋਰ ਕੋਈ ਭਾਵ ਨਹੀਂ ਸੀ। ਜੇ ਖੋਹਾਂ ਖਿੰਜਾਂ ਕਰਕੇ ਧਨ ਦੌਲਤ ਹੀ ਸਮੇਟਣਾ ਹੁੰਦਾ ਤਾਂ ਭਾਈ ਪ੍ਰਤਾਪ ਚੰਦ ਦਾ ਬਹੁਮੁੱਲੇ ਮਾਲ ਨਾਲ ਲੱਦਿਆ ਪੱਥਿਆ ਟਾਂਡਾ ਜੋ ਦੀਵਾਨ ਦਰਬਾਰਾ ਸਿੰਘ ਤੇ ਸਰਦਾਰ ਕਪੂਰ ਸਿੰਘ ਨੇ ਸ਼੍ਰੀ ਹਰਗੋਬਿੰਦਪੁਰ ਲਾਗੇ ਛਾਪਾ ਮਾਰ ਕੇ ਲੁੱਟ ਲਿਆ ਸੀ, ਪਤਾ ਲੱਗਣ ਤੇ ਕਿ ਇਹ ਸ਼ਾਹੀ ਘਰਾਣੇ ਦਾ ਖਰੀਦਿਆ ਮਾਲ ਨਹੀਂ ਸਗੋਂ ਇੱਕ ਸੌਦਾਗਰ ਪ੍ਰਤਾਪ ਚੰਦ ਦਾ ਹੈ ਤਾਂ ਸਾਰਾ ਸਾਮਾਨ ਤੇ ਮਾਲ ਧਨ ਇਕੱਠਾ ਕਰਕੇ ਉਸ ਨੂੰ ਵਾਪਸ ਕਿਉਂ ਦੇ ਦਿੱਤਾ ਜਾਂਦਾ। ਸਿੰਘਾਂ ਦੇ ਉੱਚੇ ਆਚਰਣ ਦੀ ਇਹ ਮੂੰਹ ਬੋਲਦੀ ਤਸਵੀਰ ਹੈ ਤੇ ਝੂਠੀਆਂ ਊਜਾਂ ਦੇ ਵਿਰੁੱਧ ਇੱਕ ਅਕੱਟ ਸਬੂਤ ਹੈ। ਇਹ ਸਪਸ਼ਟ ਗਵਾਹੀ ਸਾਬਤ ਕਰਦੀ ਹੈ ਕਿ ਉਹ ਮਾਲੋ ਦੌਲਤ ਦੇ ਲੁੱਟਣਾ ਖਾਤਰ ਹੱਲੇ ਨਹੀਂ ਸਨ ਕਰਦੇ ਸਗੋਂ ਲਾਹੌਰ ਸਰਕਾਰ ਨੂੰ ਮੱਤ ਦੇਣ ਲਈ ਕਰਦੇ ਸਨ। ਇਸ ਤੋਂ ਪਿੱਛੋਂ ਵੀ ਜਦ ਕਦੇ ਇਹੋ ਜਿਹਾ ਭੁਲੇਖਾ ਪਿਆ ਲੁੱਟ ਦਾ ਮਾਲ ਤੁਰੰਤ ਵਾਪਸ ਕਰ ਦਿੱਤਾ ਗਿਆ। ਚੌਥਾ, ਚਵਿੰਡੇ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਝੜਪ। ਚੜ੍ਹਦੇ ਚੇਤ 1784 ਸੰਮਤ ਦੀ ਗੱਲ ਹੈ ਕਿ ਇੱਥੋਂ ਦੇ ਜਥੇਦਾਰ ਬਹਾਦਰ ਸਿੰਘ ਦੇ ਪੁੱਤ ਦੇ ਆਨੰਦ ਸਮੇਂ ਕੁਝ ਰਾਠ ਸਿੰਘ ਇਕੱਠੇ ਹੋਏ ਸਨ। ਲਾਗਲੇ ਪਿੰਡਾਂ ਦੀਆਂ ਚੁਗਲਾਂ ਮੁਖਬਰੀ ਕਰਕੇ ਫੌਜ ਚੜ੍ਹਾ ਲਿਆਂਦੀ। ਫੌਜ ਨੇ ਸਿੰਘਾਂ ਨੂੰ ਘੇਰ ਕੇ ਫੜਨਾ ਚਾਹਿਆ। ਉਹ ਕਦ ਕਾਬੂ ਆਉਣ ਵਾਲੇ ਸਨ। ਬਾਹਰ ਨਿਕਲ ਕੇ ਫੌਜ ਦੇ ਗਲ ਪੈ ਗਏ ਤੇ ਕੱਟ ਵੱਢ ਕਰਦੇ ਹੋਏ ਨਿਕਲ ਗਏ। 10 ਸਿੰਘ ਤੇ 30 ਫੌਜੀ ਖੇਤ ਰਹੇ ਤੇ 65 ਕੁ ਹੋਰ ਫੌਜੀ ਘਾਇਲ ਹੋ ਗਏ। ਗੁੱਸੇ ਵਿੱਚ ਬਿਫਰੀ ਹੋਈ ਬਾਕੀ ਦੀ ਫੌਜ ਜਦ ਵਿਆਹ ਵਾਲੇ ਘਰ ਜਨਾਨੀਆਂ ਨੂੰ ਫੜਨ ਲਈ ਗਈ ਤਾਂ ਉਹਨਾਂ ਸੇਲੇ ਸੋਟੇ ਤੇ ਸਲੰਗਾਂ ਚੁੱਕ ਲਈਆਂ। ਪਿੰਡ ਦੀਆਂ ਹੋਰ ਜੱਟੀਆਂ ਵੀ ਡੰਡਾ ਸੋਟਾ ਤੇ ਇੱਟ ਵੱਟਾ ਲੈ ਕੇ ਆਣ ਪਈਆਂ ਤੇ ਫੌਜ ਨੂੰ ਪਿੰਡੋਂ ਕੱਢ ਕੇ ਹੀ ਛੱਡਿਆ। ਪਿੰਡ ਦੇ ਲੋਕ ਕੁਝ ਸਮੇਂ ਲਈ ਲਾਂਬ ਚਾਂਬ ਹੋ ਗਏ। ਫੌਜ ਨੇ ਮੁਰਦੇ ਅਗਲੇ ਦਿਨ ਚੁੱਕੇ ਸਿੱਖਾਂ ਦੇ ਘਰ ਸਾੜ ਕੇ ਗੱਚ ਕੱਢਿਆ। ਪੰਜਵਾਂ, ਇਹੋ ਹੀ ਸਮਾਂ ਹੈ ਜਦ ਭਾਈ ਤਾਰਾ ਸਿੰਘ ਵਾਂ ਨੇ ਸੂਰਮਿਆਂ ਵਾਲੀ ਕਰ ਵਿਖਾਈ। ਬੜੀ ਦੇਰ ਤੱਕ ਸਿੰਘਾਂ ਲਈ ਠਾਹਰ ਬਣਾਈ ਰੱਖੀ। ਜਦ ਅਣਖ ਤੇ ਮਾਣ ਮਰਿਆਦਾ ਉੱਤੇ ਆਣ ਬਣੀ ਤਾਂ ਜ਼ਕਰੀਆ ਖਾਨ ਦੀ ਲਾਹੌਰੀ ਫੌਜ ਦੇ ਸਨਮੁਖ ਹੋ ਕੇ ਗਾਜ਼ੀਆਂ ਨੂੰ ਬਹਿਸ਼ਤਾਂ ਦੇ ਪਰਵਾਨੇ ਦਿੰਦਾ ਹੋਇਆ ਸ਼ਹੀਦ ਹੋ ਗਿਆ। ਜ਼ਕਰੀਆ ਖਾਨ ਜਿਉਂ-ਜਿਉਂ ਸਖਤੀ ਕਰਦਾ ਗਿਆ ਪਿੰਡਾਂ ਵਿੱਚ ਸਿੰਘਾਂ ਪ੍ਰਤੀ ਹਮਦਰਦੀ ਦਿਨ ਬ ਦਿਨ ਵੱਧਦੀ ਗਈ। ਹਕੂਮਤ ਦੀ ਸਿੰਘਾਂ ਹੱਥੋਂ ਜੋ ਹੇਠੀ ਹੋ ਰਹੀ ਸੀ ਇਸ ਨੂੰ ਵੇਖ ਕੇ ਲੋਕਾਂ ਦੇ ਹੌਸਲੇ ਹੋਰ ਵੀ ਵੱਧ ਗਏ। ਮਨ ਚਲੇ ਗੱਭਰੂ ਹਜ਼ਾਰਾਂ ਦੀ ਗਿਣਤੀ ਵਿੱਚ ਅੰਮ੍ਰਿਤ ਛਕ ਕੇ ਨਾਲ ਰਲਦੇ ਗਏ। ਤਰੁਣਾ ਦਲ ਦੀ ਗਿਣਤੀ ਇੰਨੀ ਵੱਧ ਗਈ ਕਿ ਦੀਵਾਨ ਦਰਬਾਰਾ ਸਿੰਘ ਤੇ ਸਰਦਾਰ ਕਪੂਰ ਸਿੰਘ ਨੇ ਭਾਈ ਮਨੀ ਸਿੰਘ ਦੀ ਅਗਵਾਈ ਵਿੱਚ ਸਰਬੱਤ ਖਾਲਸੇ ਦਾ ਦੀਵਾਨ ਸਜਾ ਕੇ ਤਰੁਣਾ ਦਲ ਦੇ 5 ਜਥੇ ਬਣਾ ਦਿੱਤੇ ਜੋ ਇਸ ਪ੍ਰਕਾਰ ਸਨ। ਪਹਿਲਾ ਨਿਸ਼ਾਨ ਭਾਈ ਦੀਪ ਸਿੰਘ ਪਿੱਛੋਂ ਬਾਬਾ ਦੀਪ ਸਿੰਘ ਨੂੰ ਦੇ ਕੇ ਇੱਕ ਡੇਰਾ ਉਸ ਦੀ ਅਗਵਾਈ ਵਿੱਚ ਕੀਤਾ। ਦੂਸਰਾ ਭਾਈ ਕਰਮ ਸਿੰਘ ਧਰਮ ਸਿੰਘ ਅੰਮ੍ਰਿਤਸਰੀਆਂ ਨੂੰ ਦਿੱਤਾ। ਤੀਸਰਾ ਬਾਬਾ ਕਾਹਨ ਸਿੰਘ ਬਨੋਦ ਸਿੰਘ ਗੋਇੰਦਵਾਲਿਆਂ ਨੂੰ। ਚੌਥਾ ਭਾਈ ਦਸੌਂਦਾ ਸਿੰਘ ਕੋਟ ਬੁੱਢੇ ਵਾਲੇ ਨੂੰ ਅਤੇ ਪੰਜਵਾਂ ਭਾਈ ਬੀਰੂ ਸਿੰਘ ਮਦਨ ਸਿੰਘ ਨੂੰ ਦਿੱਤਾ। ਛੇਵਾਂ, 1786 ਬਿਕਰਮੀ ਵਿੱਚ ਮੁਹੰਮਦ ਸ਼ਾਹ ਦੱਲੀ ਵਾਲੇ ਨੇ ਹੁਕਮ ਦੇ ਕੇ ਹੈਬਤ ਖਾਨ ਤੇ ਅਬਦੁਲ ਖਾਨ ਰੋਹੇਲੇ ਸਰਦਾਰਾਂ ਨੂੰ 2000 ਜੰਗਜੂ ਰੋਹੇਲੇ ਸਵਾਰ ਦੇ ਕੇ ਲਾਹੌਰ ਦਰਬਾਰ ਜਿੰਮੇ 3 ਸਾਲਾਂ ਦੀ ਜਮ੍ਹਾਂ ਹੋਈ ਮਾਲ ਗੁਜ਼ਾਰੀ ਲੈ ਆਉਣ ਲਈ ਲਾਹੌਰ ਵੱਲ ਭੇਜਿਆ। ਇਹ ਸਾਰਾ ਮਾਲ ਧਨ ਜੋ ਕਈ ਲੱਖ ਰੁਪਏ ਪੈਸੇ ਤੇ ਸੋਨੇ ਚਾਂਦੀ ਦੇ ਰੂਪ ਵਿੱਚ ਸੀ 80 ਗੱਡਿਆਂ ਵਿੱਚ ਲੱਦ ਕੇ ਦਿੱਲੀ ਵੱਲ ਨੂੰ ਤੋਰਿਆ ਤਾਂ ਸਿੰਘਾਂ ਨੂੰ ਵੀ ਖਬਰ ਮਿਲ ਗਈ। ਇਹ ਕਾਫਲਾ ਗਾਰਦ ਸਮੇਤ ਨੂਰਦੀਨ ਦੀ ਸਰਾਂ ਲਾਗੇ
ਤਰਨ ਤਾਰਨ 6 ਕਿਲੋਮੀਟਰ ਲਹਿੰਦੇ ਵਿੱਚ ਉਤਰਿਆ ਸੀ। ਜਦ ਸਿੰਘ ਆਣ ਪਏ ਤੇ ਕਈ ਲੱਖ ਖੋਹ ਖਿੰਝ ਕੇ ਚੱਲਦੇ ਬਣੇ। ਬਹੁਤ ਸਾਰੇ ਰੁਹੇਲੇ ਵੱਡੇ ਫੱਟੇ ਗਏ ਤੇ ਕਈਆਂ ਨੇ ਭੱਜ ਕੇ ਜਾਨਾਂ ਬਚਾਈਆਂ। ਗਿਆਨੀ ਗਿਆਨ ਸਿੰਘ ਦੀ ਰਾਏ ਹੈ ਕਿ ਜ਼ਕਰੀਆ ਖਾਨ ਨੇ ਪੂਰਾ ਲੇਖਾ ਦੇਣੋਂ ਬਚਣ ਲਈ ਕਾਫਲਾ ਸਿੰਘ ਨੂੰ ਕਹਿ ਕੇ ਲੁਟਵਾਇਆ ਸੀ, ਪਰ ਦੂਜੇ ਬੰਨੇ ਇਸ ਗੱਲ ਦੀ ਜ਼ਿਆਦਾ ਸੰਭਾਵਨਾ ਹੈ ਕਿ ਭਾਵੇਂ ਜ਼ਕਰੀਆ ਖਾਨ ਸਿੰਘਾਂ ਨੂੰ ਨਾ ਵੀ ਕਹਿੰਦਾ, ਉਹ ਐਡੇ ਵੱਡੇ ਮੋਟੇ ਸ਼ਿਕਾਰ ਨੂੰ ਪੰਜਾਬ ਦੀ ਜੂਹ ਚੋਂ ਬਚ ਕੇ ਸੁੱਕਾ ਜਾਣ ਤਾਂ ਦੇਣ ਲੱਗੇ ਨਹੀਂ ਸਨ। ਇਸ ਨੇ ਹਰ ਹਾਲਤ ਵਿੱਚ ਲੁੱਟੇ ਜਾਣਾ ਸੀ। ਜ਼ਕਰੀਆ ਖਾਨ ਦਾ ਖਿਆਲ ਸੀ ਕਿ ਉਹ ਪੂਰੀ ਸਖਤੀ ਕਰਕੇ ਖਾਲਸੇ ਨੂੰ ਮੁਕਾ ਦੇਵੇਗਾ, ਪਰ ਉਹ ਇਸ ਦੇ ਉਲਟ ਕੌੜੀ ਵੇਲ ਵਾਂਗੂ ਵਧਦਾ ਜਾ ਰਿਹਾ ਸੀ। ਉਸਦੇ ਹੱਲਿਆਂ ਨੇ ਮੁਲਕ ਭਰ ਵਿੱਚ ਅਬਤਰੀ ਫੈਲਾ ਦਿੱਤੀ। ਲਾਹੌਰ ਤੇ ਦਿੱਲੀ ਨੂੰ ਮਾਲੀਆ ਉਗਰ ਕੇ ਅੱਪੜਨਾ ਔਖਾ ਹੋ ਗਿਆ। ਦਿੱਲੀ ਨੂੰ ਜਾਂਦਾ ਹੋਇਆ ਸ਼ਾਹੀ ਖਜ਼ਾਨਾ ਜਦ ਲਾਹੌਰੋਂ 45 ਕਿਲੋਮੀਟਰ ਦੇ ਫਾਸਲੇ ਤੇ ਹੀ ਲੁੱਟਿਆ ਗਿਆ ਤਾਂ ਰੁਹੇਲੇ ਤੇ ਗਸ਼ਤੀ ਫੌਜ ਜੋ ਭਾਰੀ ਗਿਣਤੀ ਵਿੱਚ ਪੁੱਜ ਗਈ ਸੀ, ਉਹ ਸਾਰੇ ਨੂਰਦੀਨ ਦੀ ਸਰਾਂ ਪਾਸ ਇਕੱਠੇ ਹੋਏ ਤਾਂ ਬੜੇ ਰੋਹ ਤੇ ਜੋਸ਼ ਵਿੱਚ ਸਿੰਘਾਂ ਦਾ ਪਿੱਛਾ ਕਰਨ ਲੱਗੇ। ਬਹੁਤ ਜ਼ਿਆਦਾ ਕੋਸ਼ਿਸ਼ ਕਰਨ ਤੇ ਵੀ ਨਾ ਸਿੰਘ ਹੱਥ ਆਏ, ਨਾ ਹੱਥੋਂ ਗਿਆ ਖਜ਼ਾਨਾ। ਰੁਹੇਲਿਆਂ ਡਿੰਗਾਂ ਮਾਰੀਆਂ ਸਨ ਕਿ ਖਜ਼ਾਨਾ ਤਾਂ ਅਸੀਂ ਵਾਪਸ ਲੈ ਕੇ ਵਿਖਾਵਾਂਗੇ ਤੇ ਗੱਡੇ ਹੁਣ ਬੋਲਦ ਜੁੱਪ ਕੇ ਦਿੱਲੀ ਨਹੀਂ ਜਾਣਗੇ, ਸਗੋਂ ਸਿੰਘਾਂ ਨੂੰ ਕਾਬੂ ਕਰਕੇ ਉਹਨਾਂ ਨੂੰ ਗੱਡਿਆਂ ਅੱਗੇ ਜੋ ਕੇ ਦਿੱਲੀ ਲਿਜਾਵਾਂਗੇ। ਕੀਤੇ ਦੀ ਸਜ਼ਾ ਦਿੱਲੀ ਅੱਪੜ ਕੇ ਭੁਗਤਾਵਾਂਗੇ। ਰੁਹੇਲਿਆਂ ਤੇ ਫੌਜ ਨੇ ਜੰਗਲਾਂ ਬੇਲਿਆਂ ਦੇ ਦੁਆਲੇ ਤਾਂ ਬਥੇਰੀ ਖਾਕ ਛਾਣੀ, ਪਰ ਡਰ ਦੇ ਅੰਦਰ ਨਾ ਵੜਨ। 4 ਕੁ ਦਿਨ ਇੰਜ ਝੱਖ ਮਾਰ ਕੇ ਫੌਜਾਂ ਲਾਹੌਰ ਨੂੰ ਵਾਪਸ ਪਰਤ ਆਈਆਂ। ਮਾਝੇ ਤੇ ਰਿਆੜਕੀ ਦੇ ਇਲਾਕਿਆਂ ਵਿੱਚ ਜਦ ਲਾਹੌਰ ਸਰਕਾਰ ਦੇ ਪ੍ਰਬੰਧ ਦੀ ਸਿੰਘਾਂ ਹੱਥੋਂ ਬੁਰੀ ਦੁਰਦਸ਼ਾ ਹੋਈ ਤਾਂ ਇਸ ਦੀਆਂ ਖਬਰਾਂ ਦੂਰ ਨੇੜੇ ਫੈਲੀਆਂ। ਇਸ ਤੋਂ ਪ੍ਰਭਾਵਿਤ ਹੋ ਕੇ ਦੱਖਣ ਲਹਿੰਦੇ ਵਿੱਚ ਗੜਬੜ ਹੋ ਗਈ ਤੇ ਮਾਮਲੇ ਦੀ ਗੁਰਾਹੀ ਪੂਰੀ ਨਹੀਂ ਸੀ ਹੋ ਰਹੀ। ਦਲ ਖਾਲਸਾ ਸਤਲੁਜ ਪਾਰ ਕਰਕੇ ਮਾਲਵੇ ਵਿੱਚ ਜਾ ਪਹੁੰਚਿਆ ਤੇ ਸਾਰਾ ਮਾਲਵਾ ਉਗਰਾ ਲਿਆ। ਸਰਕਾਰੀ ਪ੍ਰਬੰਧ ਤਾਂ ਸਿਰਫ ਸ਼ਹਿਰ ਦੀਆਂ ਕੰਧਾਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ। ਸਰਕਾਰੀ ਖਜ਼ਾਨੇ ਲੁੱਟੇ ਗਏ, ਉਗਰਾਹੀ ਹੋਵੇ ਨਾ। ਗਸ਼ਤੀ ਫੌਜਾਂ ਨੂੰ ਵੀ ਕੋਈ ਖਾਸ ਕਾਮਯਾਬੀ ਨਾ ਹੁੰਦੀ ਵੇਖ ਕੇ ਸੂਬੇਦਾਰ ਨੇ ਸਹਾਇਤਾ ਲਈ ਦਿੱਲੀ ਦਰਬਾਰ ਨੂੰ ਵਾਸਤਾ ਪਾਇਆ। ਜ਼ਕਰੀਆ ਖਾਨ ਨੇ ਸਹਾਇਤਾ ਵਜੋਂ ਦਿੱਲੀ ਤੋਂ ਫੌਜ ਮੰਗਵਾਈ। ਜ਼ਕਰੀਆ ਖਾਨ ਨੇ ਸ਼ਾਹ ਮੁਹੰਮਦ ਨੂੰ ਲਿਖ ਭੇਜਿਆ ਕਿ ਸਾਰੀ ਮਾਲਗੁਜ਼ਾਰੀ 80 ਗੱਡਿਆਂ ਉੱਤੇ ਲੱਦ ਕੇ ਆਪਣੀ ਵੀ 4000 ਫੌਜ ਨਾਲ ਤੋਰੀ ਸੀ ਅਤੇ ਰਖਵਾਲੀ ਲਈ ਬੜੀ ਸਖਤਾਈ ਕੀਤੀ ਸੀ, ਪਰ ਸਿੱਖਾਂ ਕਾਫਰਾਂ ਨੇ ਪੇਸ਼ ਨਹੀਂ ਜਾਣ ਦਿੱਤੀ। ਫੌਜ ਮਾਰ ਖਾ ਕੇ ਪਿੱਛੇ ਹਟ ਗਈ ਹੈ, ਖਜ਼ਾਨਾ ਲੁੱਟਿਆ ਗਿਆ ਹੈ। ਇਹ ਲੋਕ ਰਈਅਤ ਦੀ ਖੇਤੀ ਹੋਣ ਨਹੀਂ ਦਿੰਦੇ। ਇਸ ਵੇਲੇ ਦੇਸ਼ ਵਿੱਚ ਕਾਲ ਵਰਗੀ ਹਾਲਤ ਬਣੀ ਹੋਈ ਹੈ। ਪਰਜਾ ਇੰਨੀ ਨਿਰਧਨ ਹੋ ਗਈ ਹੈ ਕਿ ਮੁੜ ਮਾਲਗੁਜ਼ਾਰੀ ਦਾ ਵਸੂਲ ਹੋਣਾ ਬਹੁਤ ਮੁਸ਼ਕਲ ਹੈ। ਜੇ ਤਕੜੀ ਫੌਜ ਨਾ ਆਈ, ਇਹ ਗਦਰ ਨਹੀਂ ਮੁੱਕਣਾ। ਇਸ ਦਾ ਛੇਤੀ ਤੋਂ ਛੇਤੀ ਪ੍ਰਬੰਧ ਕੀਤਾ ਜਾਏ। ਬਾਦਸ਼ਾਹ ਨੂੰ ਸੁਣਦਿਆਂ ਸਾਰ ਅੱਗ ਲੱਗ ਗਈ। ਝਟਪਟ 20,000 ਫੌਜ ਨਜੀਬ ਖਾਨ ਰੁਹੇਲੇ, ਸਫਦਰ ਜੰਗ ਖਾਨ ਤੇ ਮੁੰਨਮ ਖਾਨ ਵਰਗੇ ਤਾਕਤਵਰ ਫੌਜਦਾਰਾਂ ਨੂੰ ਦੇ ਕੇ ਪੰਜਾਬ ਵੱਲ ਸਿੱਖਾਂ ਦਾ ਨਾਮੋ ਨਿਸ਼ਾਨ ਮੇਟਣ ਵਾਸਤੇ ਤੋਰ ਦਿੱਤਾ। ਇਹ ਗੱਲ 1730 ਈਸਵੀ ਦੀ ਹੈ। ਸਰਹੰਦ ਤੇ ਜਲੰਧਰ ਦਿਆਂ ਹਾਕਮਾਂ ਨੂੰ ਵੀ ਫਰਮਾਨ ਜਾਰੀ ਕੀਤੇ ਗਏ ਕਿ ਇਸ ਫੌਜ ਵਿੱਚ ਸ਼ਾਮਲ ਹੋਵੋ ਅਤੇ ਸਿੱਖਾਂ ਦਾ ਚੁਣ ਚੁਣ ਕੇ ਕਤਲੇਆਮ ਕਰਕੇ ਇਸ ਧਾੜਵੀ ਕੌਮ ਨੂੰ ਸਦਾ ਲਈ ਮਲੀਆ ਮੇਟ ਕਰ ਦਿਓ। ਮਾਲਵੇ ਵਿੱਚ ਵਿਚਰਦਿਆਂ ਦਲ ਖਾਲਸਾ ਦਿਆਂ ਕੁਝ ਜਥਿਆਂ ਨੂੰ ਪਤਾ ਲੱਗ ਗਿਆ ਕਿ ਇੱਕ ਫੌਜ ਦਿੱਲੀ ਵੱਲੋਂ ਸਿੰਘਾਂ ਵਿਰੁੱਧ ਆ ਰਹੀ ਹੈ। ਉਹਨਾਂ ਸਰਹੰਦ ਦੀ ਜੂਹ ਵਿੱਚ ਅੱਪੜਦੀ ਨੂੰ ਕਰੜੇ ਹੱਥੀਂ ਲਿਆ ਤੇ ਛਾਪੇ ਮਾਰ ਮਾਰ ਕੇ ਉਸ ਦੀ ਮੰਦੀ ਹਾਲਤ ਕਰ ਦਿੱਤੀ। ਕੁਝ ਦੇਰ ਪਿੱਛੋਂ ਸਰਹੰਦ ਮਲੇਰਕੋਟਲਾ ਤੇ ਜਲੰਧਰ ਦੀਆਂ ਕੁਮਕਾਂ ਨਾਲ ਹੋ ਗਈਆਂ। ਫੌਜ ਆਪਣੀ ਸ਼ਾਹਾਨਾ ਚਾਲ ਨਾਲ ਕੂਚ ਕਰਦੀ ਹੋਈ ਤੇ ਛੋਟੀਆਂ-ਛੋਟੀਆਂ ਮੰਜ਼ਲਾਂ ਕਰਦੀ ਆ ਰਹੀ ਸੀ ਕਿ ਸਿੰਘਾਂ ਉਸ ਦਾ ਖਹਿੜਾ ਛੱਡ ਕੇ ਅਗਲਵਾਂਡੀ ਹੋ ਕੇ ਸਤਲੁਜ ਤੇ ਬਿਆਸ ਦਰਿਆਵਾਂ ਨੂੰ ਗਾਣਾ ਥਾਣੀ ਲੰਘ ਕੇ, ਜਿਨ੍ਹਾਂ ਤੋਂ ਦਲ ਖਾਲਸਾ ਪੂਰੀ ਤਰ੍ਹਾਂ ਜਾਣੂ ਹੁੰਦਾ ਸੀ, ਗੋਇੰਦਵਾਲ ਤੇ ਹਰੀਕਾ ਪੱਤਣ ਆਣ ਮੱਲੇ। ਫੌਜ ਨੇ ਤਾਂ ਬੇੜੀਆਂ ਥਾਣੀ ਦਰਿਆ ਪਾਰ ਕਰਨਾ ਸੀ। ਇਹਨਾਂ ਥਾਵਾਂ ਤੇ ਬੜੀ ਮਾਰ ਧਾੜ ਮਚੀ। ਚੌਥੇ ਦਿਨ ਸਾਰੀ ਫੌਜ ਪਾਰ ਉਤਰਨ ਵਿੱਚ ਕਾਮਯਾਬ ਹੋ ਗਈ, ਪਰ ਕਾਫੀ ਜਾਨੀ ਨੁਕਸਾਨ ਕਰਵਾ ਕੇ। ਹੁਣ ਇਸ ਫੌਜ ਨਾਲ ਲਾਹੌਰ ਦੀ ਗਸ਼ਤੀ ਫੌਜ ਰਲ ਗਈ। ਸਥਾਨਕ ਸੁਹੀਏ ਇਸ ਦੀ ਅਗਵਾਈ ਨੂੰ ਆ ਗਏ। ਸਾਰਾ ਮਾਝਾ ਕਤਲਗਾਹ ਬਣ ਗਿਆ। ਅਮਨ ਚੈਨ ਨਾਲ ਖੇਤੀਬਾੜੀ ਕਰਨ ਵਾਲੇ ਵੀ ਨਾ ਛੱਡੇ ਗਏ। ਜੋ ਸਮੇਂ ਸਿਰ ਪਤਾ ਲੱਗਣ ਤੇ ਰਾਠ ਸਿੰਘਾਂ ਵਾਂਗ ਜੰਗਲ ਬੇਲੀ ਜਾ ਛੁਪੇ ਬਚ ਗਏ। ਜੋ ਕਾਬੂ ਆ ਗਿਆ, ਬਗੈਰ ਕਿਸੇ ਪੁੱਛ ਪੜਤਾਲ ਤੋਂ ਪਾਰ ਬੁਲਾ ਦਿੱਤਾ ਗਿਆ। ਸਿੱਖ ਹੋਣਾ ਹੀ ਕਾਫੀ ਵੱਡਾ ਜੁਰਮ ਸੀ। ਸਾਰਾ ਮਾਝਾ, ਰਿਆੜਕੀ ਤੇ ਲਹਿੰਦਾ ਬਰਬਾਦ ਹੋ ਗਿਆ।
इस रलवी फौज ने मुल्तान तक हुंजा फेर सुट्टिया। दाड़ी केसां वाला सिख असिख जो डहे चढ़िया मौत दे घाट उतार दिता। यह 3 कुछ महीनों की मुहिम सी। जकरिया खान ने अपनी तरफों सारे सिख मुका दिते ते सहायता लई दिल्लियों आई फौज नूं धन्नवाद करके वापस मोड़ दिता ते बादशाह नूं कामयाबी लई वधाई दित्ती ते धन्नवाद कीता। दिल्ली दी फौज की सहायता नाल लाहौर सरकार ने जो दबदबा कायम कर लिया सी वह बहुती देर तक बनिया ना रह सकिया। कुछ देर पिछों ਸਿੰਘਾਂ ने फिर हथ पैर मारने शुरू कर दिते। थोड़े समय विच ही हाल फिर पहलां वाला ही हो गया। हुण तक बचिया आ रहा मालवा भी सिखां दी मार थल्ले आ गया। मालवे विच वड्डे वड्डे मुसलमान राजपूतां जगीरदारां ते सरदारां दा जो ज़्यादातर मंझ ते पट्टी गोतां दे सन बड़ा जोर सी ते इन्हां दी सरदार आला सिंह फूलका पटियाले वाले नाल तकड़ी खै सी। ਇਹ हमेशा आने बहाने उस नूं तंग करते रहंदे सन ते उसदे इलाके विच लुੱਟ मार मचाई रखते सन। 1799 बिक्रमी की गल है कि मंझ राजपूतां रंगड़ा ने दीन दे नां ते पल्ला फेर के एक तकड़ा इकट्ठ करके बिस्त दुआब दे फौजदार असद अली खान अते मलेर कोटली अफगान जमाल खान की सहायता नाल सरदार आला सिंह फूलके नूं जद कि वह बरनाले विच सी जा घेरिया। पट्टी सरदार भी इन्हां मजादा की सहायता नूं आण पुजे। देवनेत नाल तरुणा दल इस वेले मालवे विच जैतो ते तलवंडी साबो दमदमा साहिब विचाले विचर रहा सी। सरदार आला सिंह ने पेश ना जांदी वेख के दल खालसे पास फौरी सहायता लई मिन्नत करन लई अपने आदमी भेज दिते। तरुणा दल दे सरदार दीप सिंह शहीद मिसल दे आगू ते पिछों बाबा दीप सिंह शहीद करके जाने गए दी अगवाई विच तरना दल खेशगई पठाणा मंझां अते पट्टियां उत्ते जा पिया। अगों मुसलमान सूरमे भी जी तोड़ के लड़े पर ਸਿੰਘਾਂ दी तेग अगे खलो ना सके। अद्धे को पहर की लड़ाई पिछों मैदान छड्ड के जाना बचाउण लई नस तुरे। दल खालसा वापस मुड़दा होया सरदार आला सिंह नूं भरोसा दे आया कि जे मंझ पट्टी खेशगई आदि नाल लड़न दी लोड़ पवे खालसा जी नूं याद कर लिया करन, ओह वैरियां नूं सोध दिया करनगे। याद रहे कि सरदार आला सिंह ने जो अपने राज दीयां हद्दां वधाईयां सन ओह इन्हां जरवाणे मंझां ते पट्टियां नूं ही धक धक के वधाईयां सन। इस दा कारण दल खालसे दी सहायता दा आसरा सी। पंजाब ते मालवे विच जो बदअमनी दी हालत पसर गई सी ते जिस करके शाही खजानिਆਂ दी आवाजाई भी सुरक्षित नहीं सी, यह कुदरती गल सी कि इस तो दिल्ली दा बादशाह गुस्से विच आउंदा ते जकरिया खान दे नाल नाराज हुंदा। जकरिया खान अपना पूरा बल ਸਿੰਘਾਂ दे विरुद्ध ला चुका सी। उन्हां नूं ओह मुका ना सकिया। उसदे सारे जबर जुलम दे हथियार खुंडे हो चुके सन ते ओह पूरी तरह अक थक गया सी। ਪਹਿਲਾਂ ਤਾਂ ਬਾਦਸ਼ਾਹ ਨੂੰ ਭਰੋਸਾ ਸੀ ਕਿ ਉਸਦੀ ਫੌਜ ਤੇ ਪੰਜਾਬ ਦੀਆਂ ਫੌਜਾਂ ਰਲ ਕੇ ਬਾਗੀ ਸਿੰਘਾਂ ਨੂੰ ਕੁਚਲ ਦੇਣਗੀਆਂ, ਪਰ ਉਸਦੀ ਭੇਜੀ ਹੋਈ ਫੌਜ ਨਾਕਾਮ ਤੇ ਗਿਣਤੀ ਵਿੱਚ ਕਾਫੀ ਘੱਟ ਵਾਪਸ ਆਈ। ਅਫਸਰਾਂ ਤੋਂ ਸੁਣਿਆ ਕਿ ਕਿਸ ਕਿਸਮ ਦੇ ਖਤਰਿਆਂ ਨਾਲ ਦੋ ਚਾਰ ਹੋਣਾ ਪਿਆ ਹੈ। ਜਿਨ੍ਹਾਂ ਜੰਗਲਾਂ ਤੇ ਛੰਬਾਂ ਵਿੱਚ ਦੀ ਫੌਜ ਲਈ ਗੁਜ਼ਰਨਾ ਮੁਸ਼ਕਲ ਹੈ, ਸਿੰਘਾਂ ਦੀ ਪਨਾਹਗਾਹ ਹੀ ਉਹ ਹਨ। जिथे खाण पीण नूं कोई रसद पानी नहीं लभदा, उत्थे दुश्मन साग पात अते जड़ी बूटियां ते ही गुजारा करके ते हर किस्म दी मुसीबत झल के फौजां दा मूँह पुआ दिंदे हन। हर प्रकार दी थुड़ हुंदियां होयां भी ओह मायूस नहीं हुंदे। उत्तों हल्ले भी उन्हां दे ऐसे ताबड़ तोड़ हुंदे हन कि फौज दे संभलदियां ओह कारा करके निकल जांदे हन। फिर ऐसे अलोप हो जांदे हन कि उन्हां दी कोई दस तुख ही नहीं पैंदी। फिर जद फौज नूं अजे कोई चिता चेता भी नहीं हुंदा, सिखां दा लागे शागे निशान तक नहीं दसदा हुंदा, यह झाड़ां बूटियां विचों ही निकल के फौज दे किसे हिस्से उत्ते छापा मार के वड्ड टुक करके जो हथ आया खो खिंज के हवा विच ही समा जांदे हन। वहमी फौजी अफसरां ने अपनी हड्ड हरामी ते लापरवाही नूं छुपाउण लई सिखां बारे कई झूठ गंढ कहानियां सुनाईयां कि बादशाह नूं यकीन हो जावे कि इन्हां बागियां विरुद्ध मुहिम ते चढ़ना कोई आसान काम नहीं है। अपनियां गल्लां दा होर यकीन दिवाउण बदले मुहम्मद शाह नूं कहा कि तुसीं भंडां तों उन्हां दीयां नकलां करवा के वेख लवो, हजूर नूं यकीन हो जावेगा कि वाह किस बला नाल पिया होया है। नकल तो ही पता लग जावेगा कि असल की चीज़ है।
ਬਾਦਸ਼ਾਹ ਦੇ ਦਿਲ ਨੂੰ ਗੱਲ ਲੱਗ ਗਈ। ਬਸ ਫੇਰ ਦੇਰ ਕਾਹਦੀ ਸੀ, ਭੰਡਾ ਨੂੰ ਹੁਕਮ ਹੋ ਗਿਆ। ਉਹਨਾਂ ਤਿਆਰੀ ਲਈ ਕੁਝ ਦਿਨਾਂ ਦੀ ਮੌਲਤ ਲਈ। ਇਹ ਨਕਲ ਜ਼ਬਾਨੀ ਕਲਾਮੀ ਨਹੀਂ ਸੀ, ਸਭ ਕੁਝ ਹੱਥੀਂ ਕਰਕੇ ਵਿਖਾਉਣਾ ਸੀ। ਨੁਕਸਾਨ ਤੇ ਖੂਨ ਖਰਾਬਾ ਬਾਦਸ਼ਾਹ ਤੋਂ ਉਹਨਾਂ ਪਹਿਲਾਂ ਹੀ ਮੁਆਫ ਕਰਵਾ ਲਿਆ ਸੀ ਕਿ ਆਨੰਦਪੁਰਾ ਤਾਂ ਹੀ ਆਵੇਗਾ ਜੇ ਕੁਝ ਨਾ ਕੁਝ ਅਸਲੀ ਰੂਪ ਵਿੱਚ ਹੋਵੇ। ਮੁਗਲੀਆਂ ਫੌਜ ਬਣਾਈ, ਵਧੀਆ ਘੋੜੇ, ਜੰਗਾਂ, ਸਾਜੋ ਸਮਾਨ ਤੇ ਸੋਹਣੇ ਸ਼ਸਤਰ ਅਸਤਰ, ਇੰਨ ਬਿੰਨ ਫੌਜ ਵਾਂਗ ਹੀ। ਭੰਡ ਜੋ ਸਿੰਘ ਬਣੇ, ਗਲਾਂ ਪੈਰਾਂ ਤੋਂ ਨੰਗੇ, ਭੂਰੇ ਦੀ ਗਿਲਤੀ, ਜੰਗਾਲੇ ਦੇ ਟੁੱਟੇ ਭੱਜੇ ਹਥਿਆਰ, ਮਾੜੂਏ ਜਿਹੇ ਟੱਟੂ ਤੇ ਉੱਤੇ ਇੱਕ ਇੱਕ ਭੂਰਾ ਕੱਸਿਆ ਹੋਇਆ, ਉਹਨਾਂ ਸਵਾਰੀ ਲਈ ਲਏ। ਬਹੁਤੇ ਪੈਦਲ ਹੀ ਹੋ ਗਏ। ਪਹਿਲੀ ਝਾਕੀ ਵਿੱਚ ਜੰਗਲਾਂ ਵਿੱਚ ਵਕਤ ਝੱਲਦੇ ਸਿੰਘ, ਸਾਗ ਪਾਤ ਤੇ ਗੁਜ਼ਾਰਾ, ਆਪਸੀ ਗੱਲਬਾਤ ਵਿੱਚ ਚੜ੍ਹਦੀ ਕਲਾ ਵਾਲੇ ਗੜਗੜ ਬੋਲੇ, ਟਾਂਗੂਆਂ ਦੇ ਆ ਕੇ ਦੱਸਣ ਤੇ ਕੀ ਫਲਾਣੀ ਜਗ੍ਹਾ ਕਾਫਲਾ ਉਤਰਿਆ ਹੋਇਆ ਜਾਂ ਖਜ਼ਾਨਾ ਜਾ ਰਿਹਾ ਹੈ, ਜਾਂ ਗਸ਼ਤੀ ਫੌਜ ਫਲਾਣੀ ਥਾਂ ਤੱਕ ਜਾ ਪਹੁੰਚੀ ਹੈ, ਸੁਣ ਕੇ ਉਹਨਾਂ ਨੂੰ ਕਿਵੇਂ ਚਾਹ ਚੜ੍ਹਦੇ ਹਨ ਤੇ ਸ਼ਬਖੂਨ ਦੀ ਵਿਉਂਤਬੰਦੀ ਕਰਕੇ ਉਸ ਲਈ ਤਿਆਰੀ ਕਿਵੇਂ ਕਰਦੇ ਹਨ। ਜਥੇਦਾਰਾਂ ਦੀ ਆਪਣੀ ਤਾਬੇ ਸਿੰਘਾਂ ਨੂੰ ਪਕਿਆਈ ਕੀ ਵੈਰੀ ਨੂੰ ਮਿਲਦੇ ਹੀ ਬਹਿਸ਼ਤਾਂ ਦੇ ਪਰਵਾਨੇ ਦੇਣੇ ਹਨ ਤੇ ਮਾਇਆ ਤੇ ਲੀੜਾ ਲੱਤਾ ਪਿੱਛੋਂ, ਪਰ ਸ਼ਸਤਰ ਅਤੇ ਅਰਾਕੇ ਪਹਿਲਾਂ ਕਾਬੂ ਕਰਨੇ ਹਨ। ਨਾਗਣ ਤੇ ਖੀਂਦਿਆਂ ਤੇ ਪੰਜਾਂ ਪਿੱਛੋਂ ਮਾਰਨਾ ਹੈ। ਦੂਜੀ ਝਾਕੀ ਵਿੱਚ ਮੁਗਲ ਸੈਨਾ ਜੋ ਵਧੀਆ ਵਰਦੀਆਂ, ਸ਼ਸਤਰਾਂ ਤੇ ਘੋੜਿਆਂ ਵਾਲੀ ਹੁੰਦੀ ਸੀ, ਉਸ ਦੀ ਸ਼ਾਨੋ ਸ਼ੌਕਤ ਤੇ ਚੜ੍ਹਤ, ਪਰ ਨਾਲ ਹੀ ਤਨ ਆਸਾਨੀ, ਹੱਡ ਹਰਾਮੀਪਣ, ਸੁਸਤੀ, ਐਸ਼ੋ ਇਸ਼ਰਤ ਤੇ ਫਰਜ਼ ਵੱਲੋਂ ਲਾਪਰਵਾਹੀ, ਖਾਣ ਪੀਣ ਵੱਲ ਬਹੁਤਾ ਧਿਆਨ, ਫੋਕੀਆਂ ਡੀਂਗਾਂ ਤੇ ਸ਼ੇਖੀਆਂ ਮਾਰਨੀਆਂ, ਸਹਿਜੇ ਸਹਿਜੇ ਕੂਚ ਤੇ ਨਿੱਕੀਆਂ ਨਿੱਕੀਆਂ ਮੰਜ਼ਲਾਂ, ਮਾਮੂਲੀ ਜਿਹੇ ਖਦਸ਼ੇ ਤੇ ਅਲਾਮ ਵਜਾ ਦੇਣੇ ਤੇ ਜੰਗਲਾਂ ਵਿੱਚ ਵੜਨੋਂ ਡਰਨਾ ਆਦਿ। ਤੀਜੀ ਝਾਕੀ ਵਿੱਚ ਸਿੰਘਾਂ ਦਾ ਸ਼ਾਹੀ ਫੌਜਾਂ ਦੇ ਟੁੱਟਣਾ ਤੇ ਗੁੱਥਮ ਗੁੱਥਾ ਲੜਾਈ। ਇਸ ਲੜਾਈ ਵਿੱਚ ਖਾਲਸਾਈ ਜੋਹਰਾਂ ਦਾ ਪ੍ਰਗਟਾਵਾ ਨਕਲੀ ਸਿੰਘਾਂ ਨੇ ਖੂਬ ਕੀਤਾ। ਉਹਨਾਂ ਨੂੰ ਜੋਸ਼ ਹੀ ਇੰਨਾ ਆ ਗਿਆ ਕਿ ਨਕਲਾਂ ਦਾ ਤਾਂ ਚੇਤਾ ਭੁੱਲ ਗਿਆ ਤੇ ਆਪਣੇ ਆਪ ਨੂੰ ਸੱਚਮੁੱਚ ਦੇ ਸਿੰਘ ਜਾਣ ਕੇ ਲੋੜੇ ਦੇ ਨੇਜੇ ਤਲਵਾਰਾਂ ਵਾਹੀਆਂ। ਬਣੀ ਹੋਈ ਮੁਗਲਿਆ ਫੌਜ ਨੂੰ ਆਪਣੇ ਥਾਂ ਮਾਣ ਸੀ ਤੇ ਉਹਨਾਂ ਜਦ ਆਪਣੀ ਆਣ ਤੇ ਬਣਦੀ ਵੇਖੀ ਤਾਂ ਉਹਨਾਂ ਵੀ ਕੋਈ ਕਸਰ ਨਾ ਛੱਡੀ। ਬਾਦਸ਼ਾਹ ਦੇ ਵੇਖਦਿਆਂ ਵੇਖਦਿਆਂ ਕਈਆਂ ਦੀਆਂ ਲੱਤਾਂ ਬਾਹੀਂ ਵੱਡੀਆਂ ਗਈਆਂ ਤੇ ਮੋਢੇ ਛਾਂਗੇ ਗਏ। ਕਈ ਸਿਰ ਕੱਟ ਕੇ ਭੁੰਜੇ ਆਣ ਡਿੱਗੇ। ਢਾਲਾਂ ਉੱਤੇ ਨੇਜੀਆਂ ਤੇ ਤਲਵਾਰਾਂ ਦੀ ਖੜਪ ਖੜਪ ਤੇ ਤਲਵਾਰਾਂ ਦੀ ਆਪਸੀ ਜ਼ਰਬਾਂ ਦੀ ਠਣਨ ਨਾਲ ਯਾ ਅਲੀ ਤੇ ਸਤਿ ਸ਼੍ਰੀ ਅਕਾਲ ਦੇ ਜਕਾਰਿਆਂ, ਘੋੜਿਆਂ ਦੀ ਹਿਣਕਾਹਟ ਤੇ ਕੜਮਸ ਨਾਲ ਲਾਲ ਕਿਲੇ ਦਾ ਸਿਹਨ ਸੱਚਮੁੱਚ ਕੁਝ ਪਲਾਂ ਲਈ ਲੜਾਈ ਦਾ ਮੈਦਾਨ ਬਣ ਗਿਆ। ਪਤਾ ਨਹੀਂ ਕਿੰਨਾ ਹੋਰ ਖੂਨ ਖਰਾਬਾ ਹੋ ਜਾਂਦਾ ਜੇ ਬਾਦਸ਼ਾਹ ਇਸ਼ਾਰਾ ਕਰਕੇ ਹਾਜ਼ਰ ਪਹਿਰੇਦਾਰਾਂ ਨੂੰ ਇਹਨਾਂ ਤਾਈਂ ਹਟਾਉਣ ਲਈ ਨਾ ਕਹਿੰਦਾ। ਪਹਿਰੇਦਾਰਾਂ ਨੇ ਬੜੀ ਮੁਸ਼ਕਲ ਨਾਲ ਫਰਜ਼ੀ ਬਣੇ ਸਿੰਘਾਂ ਨੂੰ ਸ਼ਾਂਤ ਕੀਤਾ। ਅਜੇ ਵੀ ਮੁਖੀ ਭੰਡ ਕਹੀ ਜਾਂਦੇ ਸਨ ਕਿ ਸਾਨੂੰ ਹਟਾਓ ਨਾ, ਅਸੀਂ ਪੂਰਾ ਸੱਟਾ ਕੱਢ ਕੇ ਵਿਖਾਉਣਾ ਹੈ। ਬਾਦਸ਼ਾਹ ਦੇ ਰੌਂਗਟੇ ਖੜੇ ਹੋ ਗਏ ਇਹ ਜਾਣ ਕੇ ਕਿ ਉਸ ਦਾ ਕਿਸ ਕੌਮ ਨਾਲ ਵਾਹ ਪਿਆ ਹੋਇਆ ਹੈ। ਜਿਨ੍ਹਾਂ ਦੀ ਨਕਲ ਦੀ ਇਹ ਹਾਲਤ ਹੈ ਉਹ ਅਸਲ ਵਿੱਚ ਕੀ ਹੋਣਗੇ ਤੇ ਕੀ ਗਜ਼ਬ ਢਾਹ ਦੇਣ ਦੀ ਸਮਰੱਥਾ ਰੱਖਦੇ ਹੋਣਗੇ। ਇਸ ਨਕਲ ਨੇ ਸਿੰਘਾਂ ਦੀ ਬਹਾਦਰੀ ਤੇ ਜ਼ਾਲਮ ਨਾਲ ਜੂਝ ਮਰਨ ਦੀ ਸਪਿਰਟ ਦਾ ਸਿੱਕਾ ਬਾਦਸ਼ਾਹ ਦੇ ਦਿਲ ਤੇ ਬਿਠਾ ਦਿੱਤਾ। ਹਕੂਮਤ ਵੱਲੋਂ ਸਿੰਘਾਂ ਨੂੰ ਨਵਾਬੀ ਤੇ ਜਾਗੀਰ। ਇਹੋ ਕਾਰਨ ਸੀ ਕਿ ਜਦ ਸਿੰਘਾਂ ਹੱਥੋਂ ਲਾਚਾਰ ਹੋ ਕੇ ਜ਼ਕਰੀਆ ਖਾਨ ਨੇ ਬਾਦਸ਼ਾਹ ਨੂੰ ਲਿਖ ਭੇਜਿਆ ਸੀ ਕਿ ਮੈਂ ਤਾਂ ਆਪਣੀ ਪੂਰੀ ਵਾਹ ਲਾ ਥੱਕਾ ਹਾਂ, ਇਹ ਬੜੀ ਕਰੜੀ ਕੌਮ ਹੈ, ਇਹਨਾਂ ਦੇ ਪੈਗੰਬਰ ਨੇ ਇਹਨਾਂ ਨੂੰ ਆਬੇ ਹਯਾਤ ਪਿਆ ਕੇ ਇਹੋ ਜਿਹਾ ਬਣਾ ਦਿੱਤਾ ਹੈ ਕਿ ਮੌਤ ਨੂੰ ਇਹ ਸਮਝਦੇ ਹੀ ਕੁਝ ਨਹੀਂ, ਹਮੇਸ਼ਾ ਸਿਰ ਤਲੀ ਤੇ ਧਰੀ ਫਿਰਦੇ ਹਨ, ਰੱਬੋਂ ਉਰੇ ਕਿਸ ਦਾ ਡਰ ਨਹੀਂ ਮੰਨਦੇ, ਜੋ ਮਰਨ ਤੇ ਵੀ ਜਕਾਰੇ ਛੱਡਦੇ ਹਨ। ਇਹਨਾਂ ਨੂੰ ਕੌਣ ਮਾਰਨ ਵਾਲਾ ਜੰਮਿਆ ਹੈ। ਤੁਹਾਡੇ ਖਾਦਮ ਦੀ ਸੱਚੇ ਦਿਲੋਂ ਰਾਏ ਹੈ ਕਿ ਇਹਨਾਂ ਨਾਲ ਕੋਈ ਵਿਉਂਤ ਬਣਾ ਕੇ ਰਸਾਈ ਹੀ ਚੰਗੀ ਹੈ। ਨਾਦਰ ਸ਼ਾਹ ਵਾਲੀਏ ਈਰਾਨ ਆਪਣੀਆਂ ਈਰਾਨ ਦੀਆਂ ਮੁਹਿੰਮਾਂ ਤੋਂ ਵਿਹਲੇ ਹੋ ਕੇ ਲਾਜ਼ਮੀ ਹਿੰਦੁਸਤਾਨ ਤੇ ਹਮਲਾ ਕਰੇਗਾ, ਜਿਸ ਦੇ ਸੰਕੇਤ ਹਜ਼ੂਰ ਨੂੰ ਮਿਲ ਚੁੱਕੇ ਹਨ ਤੇ ਤੁਸੀਂ ਇਹਨਾਂ ਤੋਂ ਭਲੀ ਭਾਂਤ ਜਾਣੂ ਹੋ। ਇਹਨਾਂ ਨਾਲ ਜੇ ਬਣੀ ਹੋਵੇਗੀ ਤਾਂ ਨਾਦਰ ਸ਼ਾਹ ਮੂਹਰੇ ਵੀ ਇਹਨਾਂ ਨੂੰ ਕਰਾਂਗੇ। ਬਘਿਆੜ ਮੂਹਰੇ ਚਿੱਤਰਾ ਕਰਨ ਵਾਲੀ ਨੀਤੀ ਅਪਣਾਈ ਜਾਵੇ। ਇਸ ਲਈ ਜੇ ਤੁਹਾਡੇ ਵੱਲੋਂ ਮਨਜ਼ੂਰ ਹੋਵੇ ਤਾਂ ਇਹ ਵਿਉਂਤ ਬਣਾ ਕੇ ਇਹਨਾਂ ਨਾਲ ਸੁਲ੍ਹਾ ਸਫਾਈ ਕਰ ਲਈ ਜਾਵੇ। ਪਹਿਲਾ, ਸਿੰਘਾਂ ਉੱਤੇ ਲੱਗੀਆਂ ਬੰਦਸ਼ਾਂ ਚੁੱਕ ਲਈਆਂ ਜਾਣ।
ਦੂਜਾ, ਇਹਨਾਂ ਨੂੰ ਇੱਕ ਵਿਸ਼ੇਸ਼ ਇਲਾਕਾ ਜਗੀਰ ਦੇ ਤੌਰ ਤੇ ਦਿੱਤਾ ਜਾਵੇ ਜਿਸ ਦੀ ਆਮਦਨ ਨਾਲ ਉਹਨਾਂ ਦਾ ਗੁਜ਼ਾਰਾ ਹੋ ਜਾਵੇ ਤੇ ਉਹ ਆਪਣੀ ਮੌਜ ਵਿੱਚ ਵਿਚਰ ਸਕਣ। ਤੀਜਾ, ਉਹਨਾਂ ਦੇ ਸਭ ਤੋਂ ਵੱਡੇ ਆਗੂ ਨੂੰ ਨਵਾਬੀ ਦੀ ਪਦਵੀ ਦੇ ਦਿੱਤੀ ਜਾਵੇ ਤੇ ਉਹ ਖਾਲਸਾ ਦਲਾਂ ਨੂੰ ਆਪਣੀ ਤਾਬੇ ਰੱਖ ਸਕੇ ਤੇ ਦੇਸ਼ ਵਿੱਚ ਅਮਨ ਅਮਾਨ ਕਾਇਮ ਹੋ ਸਕੇ। ਬਾਦਸ਼ਾਹ ਨੇ, ਜੋ ਪਹਿਲਾਂ ਹੀ ਸਿੱਖਾਂ ਬਾਰੇ ਕੋਈ ਢੁਕਵਾਂ ਹੱਲ ਸੋਚ ਰਿਹਾ ਸੀ, ਝੱਟ ਮਨਜ਼ੂਰੀ ਦੇ ਦਿੱਤੀ। ਜ਼ਕਰੀਆ ਖਾਨ ਨੇ ਇੱਕ ਸਰਕਾਰੀ ਅਹੁਦੇਦਾਰ ਸਿੰਘਾਂ ਦੇ ਬੋਲਿਆਂ ਵਿੱਚੋਂ ਚਕਰੈਲ ਸਿੰਘ ਭਾਈ ਸੁਬੇਗ ਸਿੰਘ ਜੰਬਰ ਨੂੰ ਵਿਸਾਖੀ 29 ਮਾਰਚ 1733 ਈਸਵੀ ਨੂੰ ਖਾਲਸੇ ਦੇ ਹੋਏ ਇਕੱਠ ਵਿੱਚ ਸ਼੍ਰੀ ਅੰਮ੍ਰਿਤਸਰ ਭੇਜਿਆ। ਸਭ ਤੋਂ ਪਹਿਲਾਂ ਸੁਬੇਗ ਸਿੰਘ ਨੂੰ ਤਨਖਾਹ ਲਾਈ ਗਈ, ਜੋ ਉਸਨੇ ਸਿਰ ਨਵਾ ਕੇ ਪ੍ਰਵਾਨ ਕੀਤੀ ਤੇ ਹੋਇਆ ਹੁਕਮ ਫੌਰਨ ਪੂਰਾ ਕੀਤਾ। ਫਿਰ ਉਸਦੇ ਆਉਣ ਦੇ ਮਨੋਰਥ ਤੇ ਵਿਚਾਰ ਕੀਤੀ। ਕਾਫੀ ਵਿਚਾਰਨ ਤੋਂ ਬਾਅਦ ਸਰਕਾਰ ਨਾਲ ਸੁਲਹ ਸਫਾਈ ਦੀ ਗੱਲ ਤਾਂ ਪ੍ਰਵਾਨ ਕਰ ਲਈ, ਪਰ ਨਵਾਬੀ ਦੀ ਪਦਵੀ ਤੇ ਖਿੱਲਤ ਲੈਣ ਨੂੰ ਕੋਈ ਤਿਆਰ ਨਾ ਹੋਵੇ। ਕੁਝ ਦਾਨਿਆਂ ਸਿੰਘਾਂ ਨੇ ਵਿਚਾਰ ਕਰਕੇ ਸਲਾਹ ਦਿੱਤੀ ਕਿ ਇਹ ਨਵਾਬੀ ਆਦਿ ਪੰਥ ਦੇ ਪੁਰਾਣੇ ਬਿਰਧ ਆਗੂ ਦੀਵਾਨ ਦਰਬਾਰਾ ਸਿੰਘ ਨੂੰ ਦੇ ਦਿੱਤੀ ਜਾਵੇ, ਪਰ ਉਸਨੇ ਵੀ ਸਾਫ਼ ਤੌਰ ਤੇ ਨਾ ਕਰ ਦਿੱਤੀ। ਇਸ ਸਾਰੀ ਘਟਨਾ ਦਾ ਵਰਣਨ ਭਾਈ ਰਤਨ ਸਿੰਘ ਭੰਗੂ ਨੇ ਆਪਣੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਹੇਠ ਲਿਖੇ ਅਨੁਸਾਰ ਕੀਤਾ ਹੈ। ਉਨੈ ਦਰਬਾਰੈ ਸਿੰਘ ਅੱਗਿਓਂ ਕਹੀ, ਅਸੀਂ ਨਵਾਬੀ ਕਦ ਚਹਿ ਲਈ, ਹਮਕੋ ਸਤਿਗੁਰ ਬਚਨ ਪਾਤਸ਼ਾਹੀ ਹਈ, हमको जापत टिग सोऊ आई, हम राखत पातशाही दावा, जा इतको जा अगलों पावा, जो सतगुर सिखण कही बात, होग साई नहीं खाली जात, तरुण धरत ओ धवल डुलाए, सतगुर बचन न खाली जाए, पतशाही छड़ किम लहे नवाबी, पराधीन जह माहे खराबी। दोहरा, हम पातशाही सतगुर दई हन्ने लाए, जह जह बह जमीन मल तह तह तख्त बनाए, इसी भांत बहुत सिखन कही, हमको लोड़ नवाबी नहीं, किसै सिंह को यह चा दहो, टहल किरत किसो को लख लेहो। ਭਾਈ ਸੁਬੇਗ ਸਿੰਘ ਨੇ ਇੱਕ ਵਾਰ ਫੇਰ ਚਾਰਾ ਕੀਤਾ। ਹਾਜ਼ਰ ਬੈਠੇ ਮੁਖੀਆਂ ਅੱਗੇ ਉਹ ਚਾਂਦੀ ਦੀ ਵੱਡੀ ਸਾਰੀ ਤਸ਼ਤਰੀ, ਜਿਸ ਵਿੱਚ ਇੱਕ ਰੇਸ਼ਮੀ ਦਸਤਾਰ, ਕਲਗੀ, ਤਲਵਾਰ, ਖਿੱਲਤ, ਕਮਰਬੰਦ, ਇੱਕ ਸਲਵਾਰ, ਕੁਝ ਖੁਸ਼ਕ ਮੇਵੇ ਤੇ ਝਬਾਲ, ਦੀਪਾਲਪੁਰ ਤੇ ਕੰਗਣਪੁਰ ਪਰਗਣਿਆਂ ਦੀ ਜਗੀਰ ਬਾਦਸ਼ਾਹ ਵੱਲੋਂ ਮੋਹਰ ਲਾ ਕੇ ਮਨਜ਼ੂਰ ਕੀਤੀ ਸੀ, ਅੱਗੇ ਰੱਖੀ। ਪਹਿਲੇ ਸਰਦਾਰ ਨੇ ਪੈਰ ਨਾਲ ਧੱਕ ਕੇ ਪਰਾਂ ਕਰ ਦਿੱਤੀ। ਇਸ ਤਰ੍ਹਾਂ ਉਸ ਤੋਂ ਅਗਲੇ ਤੇ ਫਿਰ ਉਦੋਂ ਅਗਲੇ ਨੇ ਕੀਤਾ। 32 ਸਰਦਾਰ ਬੈਠੇ ਸਨ, ਕਿਸੇ ਨੇ ਵੀ ਹੱਥ ਨਾ ਲਾਇਆ, ਸਗੋਂ ਠੁੱਡਾ ਨਾਲ ਹੀ ਅੱਗੇ ਅੱਗੇ ਰੇੜੀ ਗਏ। ਸੁਬੇਗ ਸਿੰਘ ਨੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ ਕਿ ਬਾਦਸ਼ਾਹ ਵੱਲੋਂ ਇਹ ਬਖਸ਼ਿਸ਼ ਨਹੀਂ, ਸਗੋਂ ਖਾਲਸੇ ਦੇ ਮਾਣ ਵਡਿਆਈ ਨੂੰ ਇਹ ਭੇਟ ਹੈ। ਖਾਲਸਾ ਕਦੇ ਭੇਟ ਵਾਪਸ ਨਹੀਂ ਮੋੜਦਾ। ਸਿੰਘ ਸਰਦਾਰਾਂ ਕਿਹਾ ਕਿ ਜਦ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਪਹਿਲਾਂ ਹੀ ਪਾਤਸ਼ਾਹੀ ਬਖਸ਼ੀ ਹੋਈ ਹੈ, ਇਹ ਨਵਾਬੀ ਖਰਾਬੀ ਹੈ ਤੇ ਸਾਡੇ ਕਿਸ ਕੰਮ ਹੈ। ਕੁਝ ਦੇਰ ਦੇ ਸਨਾਟੇ ਤੋਂ ਬਾਅਦ ਇੱਕ ਹੋਰ ਬਿਰਧ ਸਿੰਘ ਨੇ ਕਿਹਾ ਕਿ ਇਹ ਤਾਂ ਖਾਲਸਾ ਜੀ ਤੁਹਾਨੂੰ ਭੇਟਾ ਹੈ, ਤੁਹਾਡੇ ਪਾਤਸ਼ਾਹੀ ਦਾਅਵੇ ਨੂੰ ਇਹ ਘਟਾਉਂਦੀ ਨਹੀਂ। ਭੇਟਾਂ ਪ੍ਰਵਾਨ ਕਰ ਲਵੋ ਅਤੇ ਦਾਅਵਾ ਆਪਣਾ ਕਾਇਮ ਰੱਖੋ। ਲਾਗੋਂ ਇੱਕ ਹੋਰ ਸਿੰਘ ਬੋਲਿਆ ਕਿ ਗੌੜੀ ਰਾਗ 52 ਅੱਖਰੀ ਵਿੱਚ ਪੰਚਮ ਪਾਤਸ਼ਾਹ ਨੇ ਫਰਮਾਇਆ ਹੈ, ਟਹਿਲ ਮਹਿਲ ਤਾਕੋ ਮਿਲੈ, ਜਾਕੋ ਸਾਧ ਕਿਰਪਾਲ, ਸਾਧੂ ਸੰਗਤ ਤੋ ਬਸੈ, ਜੋ ਆਪਨ ਹੋਏ ਦਿਆਲ। ਸੋ ਇਸ ਮਹਾਵਾਕ ਅਨੁਸਾਰ ਟਹਿਲ ਕਰਦੇ ਨੂੰ ਉੱਚੀ ਪਦਵੀ ਪ੍ਰਾਪਤ ਹੁੰਦੀ ਹੈ। ਮਹਾਰਾਜ ਦੇ ਹੁਕਮ ਨੂੰ ਸਿਰ ਮੱਥੇ ਰੱਖੋ ਅਤੇ ਸੇਵਾ ਕਰਦੇ ਸਿੰਘ ਨੂੰ ਇਹ ਪਦਵੀ ਦੇ ਦੇਵੋ। ਗੁਰੂ ਮਹਾਰਾਜ ਨੇ ਆਪ ਰਸਤਾ ਵਿਖਾ ਦਿੱਤਾ ਹੈ। ਐਨ ਇਸ ਵੇਲੇ ਸਬੱਬ ਨਾਲ ਕਪੂਰ ਸਿੰਘ ਦੀਵਾਨ ਵਿੱਚ ਸੰਗਤਾਂ ਨੂੰ ਖਲੋ ਕੇ ਪੱਖਾ ਝੱਲ ਰਹੇ ਸਨ। ਪਿਛਲੇ ਦਿਨੀ ਰੋਪੜ ਪਾਸ ਗਸ਼ਤੀ ਫੌਜਾਂ ਨਾਲ ਹੋਈ ਟੱਕਰ ਵਿੱਚ ਉਸਦੇ ਮੱਥੇ ਉੱਤੇ ਲੱਗਾ ਫੱਟ ਭਾਵੇਂ ਅਜੇ ਅੱਲਾ ਹੀ ਸੀ, ਪਰ ਉਸਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਵੀ ਸੰਗਤ ਦੀ ਸੇਵਾ ਵਿੱਚ ਲੀਨ ਸੀ। ਇਹ ਸਿੰਘ ਲੰਗਰ ਵਿੱਚ ਜਲ ਢੋਣ ਦੀ, ਬਾਲਣ ਹਾਜ਼ਰ ਕਰਨ ਦੀ, ਲੰਗਰ ਸਜਾਉਣ ਵਰਤਾਉਣ ਤੇ ਝੂਠੇ ਭਾਂਡੇ ਮਾਂਜਣ ਦੀ, ਬਿਰਧ ਸਿੰਘਾਂ ਦੇ ਬਸਤਰ ਧੋਣ ਦੀ ਤੇ ਘੋੜਿਆਂ ਦੀ ਲਿੱਦ ਸਾਫ਼ ਕਰਨ ਦੀ ਸੇਵਾ ਬੜਾ ਤਤਪਰ ਹੋ ਕੇ ਕਰਿਆ ਕਰਦਾ ਸੀ ਤੇ ਲੜਨ ਮਰਨ ਵੇਲੇ ਮੂਰਲੀਆਂ ਸਫਾਂ ਵਿੱਚ ਰਹਿੰਦਾ ਸੀ। ਸਰਬੱਤ ਖਾਲਸੇ ਦੀ ਨਿਗਾਹ ਉਸ ਉੱਤੇ ਪਈ। ਸਾਰਿਆਂ ਸਤਿ ਸ਼੍ਰੀ ਅਕਾਲ ਦਾ ਜਕਾਰਾ ਗਜਾ ਕੇ ਪ੍ਰਵਾਨਗੀ ਦੇ ਦਿੱਤੀ ਕਿ ਨਵਾਬੀ ਦੀ ਪਦਵੀ ਭਾਈ ਕਪੂਰ ਸਿੰਘ ਨੂੰ ਹੀ ਦੇ ਦਿੱਤੀ ਜਾਵੇ। ਹੁਣ ਭਾਈ ਕਪੂਰ ਸਿੰਘ ਨਾ ਨਹੀਂ ਸੀ ਕਰ ਸਕਦਾ। ਗੁਰੂ ਕੀ ਹਜ਼ੂਰੀ ਵਿੱਚ ਅਰਦਾਸ ਹੋ ਗਈ। ਉਹਨਾਂ ਸੀਸ ਨਿਵਾ ਦਿੱਤਾ। ਫਿਰ ਉਹਨਾਂ ਹੱਥ ਜੋੜ ਕੇ ਕੁਝ ਬੇਨਤੀ ਕਰਨ ਦੀ ਆਗਿਆ ਮੰਗੀ ਅਤੇ ਕਿਹਾ ਕਿ ਖਿੱਲਤ 5 ਸਿੰਘਾਂ ਦੇ ਪੈਰਾਂ ਨਾਲ ਛੁਆ ਕੇ ਪਵਿੱਤਰ ਕਰਕੇ ਬਖਸ਼ੀ ਜਾਵੇ।
दूसरी यह कि यह नवाबी खालसे वालों बख्शी गई है। मैनू लाहौर जां दिल्ली दरबार की हाज़री भरन तो मुक्त किया जाए। तीसरी संगत की पखे जल लंगर आदि की सेवा ते खालसा जी दियां घोड़ियां की लिद्द हटाउण लई घोड़े की सेवा का मेरा हक बहाल रखा जाए। यह सब कुछ संगत ने प्रवान कर लिया। इस तरह सरकार वालों सरदार कपूर सिंह लई नवाबी की पदवी पंथ वालों प्रवान कर ली गई। परगना पट्टी विचों ਝਬਾਲ ते परगना चूनिया विचों दपालपुर कंगणपुर आदि अते 19 पिंडां की जगीर गुरु चक श्री अमृतसर के मातहत कर दी गई। खालसा जी तो सब किस्म दीयां बंदिशां चुक लईआं गईआं। उन्हां नूं खुले विचरण की खुल हो गई। इस नाल कुछ समय लिए दिल्ली अते लाहौर दीयां सरकारां नाल ਸਿੰਘਾਂ ਦੀ सुलह हो गई ते देश विच अमन अमान हो गया। ਜ਼ਕਰੀਆ खान ने यह नवाबी की पदवी आदि ਸਿੰਘਾਂ अगे निसल हो के ते अपनी लाचारी ते परदा पाउण लई दिल्ली सरकार नाल मशवरा करके दवाई सी। पर अंदर खाते उसका मन ਸਿੰਘਾਂ प्रति साफ नहीं सी। वह 1 ਲੱਖ की जगीर दे के दल खालसा विच फुट पा के उसनूं कमजोर करना चाहुंदा सी। ਝਬਾਲ लाहौर तो 32 किलोमीटर है ते लाहौर दिल्ली वाली जरनैली सड़क ते स्थित है। कंगणपुर ਝਬਾਲੋਂ 105 किलोमीटर है ते लाहौरों 130 किलोमीटर है ते इंज ही दपालपुर लाहौरों 110 किलोमीटर है। कंगणपुर राजस्थान बहावलपुर वालों आउण वाले शाह राह ते सी। दपालपुर सिंध मुल्तान वालों आउण वाली वड्डी सड़क लागे। उसका मनशा सी कि सुलह कारण इस पासियों आउण वाले काफले ਸਿੰਘਾਂ ਦੀ राखी विच हो जाणगे, लुट्टे जाण तो बचणगे। कसूर ते चूनिया परगणिया दा मालिया उंज भी लाहौर नहीं सी अपड़ रहा। मालिया ते तजारती काफले लुट्टे जाते सन। चलो हुण काफलियां दी आवाजाई बहाल ते सुरक्षित रहू। सरकारी खजाने विच कुछ तां चुंगी वजों अपड़ू। दूसरा ਸਿੰਘ दूर दूर रहणगे ते ताकत इकट्ठी होण दी थां खिंडी पुंडी रहू। इंज हौली हौली कमज़ोर होणगे ते जद ढुकवां मौका हथ आऊ इन्हां उत्ते करड़ी सट मारनी सौखी होवेगी। उधर सिंह भी उसकी इस दुर्नति नूं चंगी तरह समझते सन, पर वह सुलह लई हाँ कर चुके सन। इसलिए इस तो पिछा हटन दी उन्हां दा सदाचार आग्या नहीं सी दिंदा। उन्हां दा बचाव इस विच सी कि वैरी दी खाहिश पूरी ना होण दित्ती जावे, भाव आपसी फुट तो पूरी तरह सुचेत रहा जाए ते अपनी लड़न शक्ति नूं वधाउण लई ज़्यादा तो ज़्यादा सिंह सजाए जाण, ताकि वैरी जिस दिन की उड़ीक विच है ओह दिन उस लई क्यामत बना दिता जाए। सुलह कारण हुण 4 चुफेरे अमन चैन पसर गया सी। मुखी मुखी सरदार तां नवाब कपूर सिंह नाल ही श्री अमृतसर रहन लग पए ते बाकी सिंह अपने अपने पिंडां नूं चले गए ते खेतीबाड़ी विच रुझ गए। शाही माल खजानिਆਂ ते काफलिਆਂ ਨੂੰ लुट्टण ਦੀ ਹੁਣ ਲੋੜ नहीं सी रही। जो सिंह नवाब कपूर सिंह नाल श्री अमृतसर विखे रहिंदे सन, उन्हां लई गुरु का लंगर खुला वरतदा सी ते दर्शनां नूं आउण जाण वाले भी इत्थों ही छकदे छकांदे सन। मुसीबतां भरे 32 साल खालसे ने सिर उत्तों दी लंघाए सन। दसंबर 1710 ईस्वी पिछों तां सिखां दा कतलेआम नित दी खेड बन गया सी, पर हठी ते सिद्दकी सूरमे हमेशा फौलाद वर्गा जिगरा करके मौत का टाकरा करते रहे ते अपनी होंद नूं कायम रखते हुए हमेशा चढ़दी कला विच रहे। ज्यों ज्यों शक्ति वधदी गई, खालसा उन्ना ही शक्तिशाली हुंदा गया। मुसीबतां ते कष्टां ने उन्हां नूं इक मुठ ते इक जान कर दिता सी। ਉਹ ਸਕਿਆਂ ਭਰਾਵਾਂ ਵਾਂਗ ਰਹਿ ਰਹੇ ਸਨ। ਤਵਾਰੀਖ ਗੁਰੂ ਖਾਲਸਾ ਭਾਗ ਦੂਸਰਾ ਸ਼ਮਸ਼ੇਰ ਖਾਲਸਾ ਵਿੱਚ ਬੜੇ ਸੋਹਣੇ ਢੰਗ ਨਾਲ ਇਸ ਹਾਲਤ ਦਾ ਜ਼ਿਕਰ ਕੀਤਾ ਹੈ। ਉਸ ਸਮੇਂ ਸਿੰਘਾਂ ਦਾ ਆਪਸ ਵਿੱਚ ਬਹੁਤ ਪਿਆਰ ਤੇ ਇਕਾਇਤ ਸੀ। ਇੱਕ ਦੂਸਰੇ ਨੂੰ ਆਪਣੇ ਪ੍ਰਾਣਾ ਜੈਸਾ ਪਿਆਰਾ ਤੇ ਸਕਾ ਭਾਈ ਸਮਝਦਾ ਸੀ। ਨੀਚੀ ਉੱਚੀ ਜਾਤ ਪਾਤ ਦਾ ਭੇਦ ਕੋਈ ਨਹੀਂ ਸੀ। ਸਭ ਆਪ ਨੂੰ ਇੱਕ ਰੂਹ ਸੋਡ ਬੰਸ ਛਤਰੀ ਖਾਲਸਾ ਮੰਨਦੇ ਸੀ। जे कोई कुछ कमा के किधरों लियांदा सो सब गुरु के खजाने विच जमा करके सबना भाइयों दे नाल रल के गुजारा करदा। वध घट लैण दा कोई किसी नूं ख्याल ना फुरदा। जो कुछ नवाब आदिक मुखीए सिंह बरताउंदे उस पर आनंद रहिंदे अते दिन रात गुरु दी बाणी पढ़दे होए शस्त्र विद्या सिखदे सिखाउंदे। घोड़ियां दी शस्त्रां दी लंगर दी टहल करदे रहिंदे। जेकर कदे किसी तो बुराई हो जाती तो खालसे दे दीवान की आग्ञा लैके भाई मनी सिंह जी जथा जोग उसनूं तनख्वाह ला दिंदे अते ओह भी बिना हील हुज्जत दे मन लैंदा।
ਇਸ ਸਮੇਂ ਦਰਬਾਰਾ ਸਿੰਘ ਦੀਵਾਨ, ਸੰਗਤ ਸਿੰਘ ਖਜ਼ਾਨਚੀ, ਹਰੀ ਸਿੰਘ ਲਾਂਗਰੀ, ਭਗਤ ਸਿੰਘ ਖਜ਼ਾਨਚੀ, ਬੁੱਢਾ ਸਿੰਘ ਦੇਸੀ, ਹਰਦਿੱਤ ਸਿੰਘ, ਗਰਜਾ ਸਿੰਘ, ਸੱਜਣ ਸਿੰਘ, ਈਸ਼ਰ ਸਿੰਘ, ਗਿਆਨ ਸਿੰਘ, ਸਾਧੂ ਸਿੰਘ, ਦੇਵਾ ਸਿੰਘ ਆਦਿਕ ਬਹੁਤ ਸਿੰਘ ਜੋ ਗੁਰੂ ਕੇ ਹਜ਼ੂਰ ਰਹੇ ਸੇ ਪੰਥ ਵਿੱਚ ਸ਼ਾਮਲ ਸੇ ਅਤੇ ਨਵਾਬ ਕਪੂਰ ਸਿੰਘ, ਹਰੀ ਸਿੰਘ ਸੁਖਈ, ਦੀਪ ਸਿੰਘ, ਗੁਰਬਖਸ਼ ਸਿੰਘ ਸ਼ਹੀਦ, ਥਰਾਜ ਸਿੰਘ, ਜੱਸਾ ਸਿੰਘ, ਕਰਮ ਸਿੰਘ, ਭੋਗਾ ਸਿੰਘ, ਅਤਰ ਸਿੰਘ, ਸ਼ੀਹਾ ਸਿੰਘ, ਬਦਨ ਸਿੰਘ, ਕੇਹਰ ਸਿੰਘ, ਬਜਰ ਸਿੰਘ, ਕਨਕੌਰ ਸਿੰਘ, ਅਮਰ ਸਿੰਘ ਆਦਿਕ ਬਹੁਤ ਨਾਮੀ ਸਿੰਘ ਪੰਥ ਵਿੱਚ ਮੰਨੇ ਪਰਮੰਨੇ ਹੋਏ ਸਨ। ਨਵਾਬ ਕਪੂਰ ਸਿੰਘ ਦਲ ਖਾਲਸੇ ਦਾ ਮੁਰੈਲ ਥਾਪਿਆ ਗਿਆ। ਸਾਵਣ ਸੰਮਤ 1791 ਬਿਕਰਮੀ ਸਨ 1734 ਈਸਵੀ ਵਿੱਚ ਦੀਵਾਨ ਦਰਬਾਰਾ ਸਿੰਘ ਚੜ੍ਹਾਈ ਕਰ ਗਏ। ਹੁਣ ਸਾਰੇ ਦਲ ਖਾਲਸਾ ਦੀ ਜ਼ਿੰਮੇਵਾਰੀ ਨਵਾਬ ਕਪੂਰ ਸਿੰਘ ਦੇ ਸਿਰ ਆਣ ਪਈ। ਦੋਹਾਂ ਦਲਾਂ ਦਾ ਜਗੀਰ ਨਾਲ ਲੰਗਰ ਦਾ ਖਰਚਾ ਨਹੀਂ ਸੀ ਚੱਲ ਸਕਦਾ। ਅਮਨ ਚੈਨ ਹੋਣ ਕਰਕੇ ਇੱਥੇ ਜ਼ਿਆਦਾ ਜਥੇ ਰੱਖਣ ਦੀ ਲੋੜ ਨਹੀਂ ਸੀ। ਇਸ ਲਈ ਬਹੁਤ ਸਾਰੇ ਸਿੰਘ ਤਾਂ ਘਰੀ ਜਾਂ ਵਾਈਆਂ ਵਿੱਚ ਰੁੱਝੇ ਤੇ ਬਾਕੀ ਮਾਲਵੇ ਵੱਲ ਨੂੰ ਭੱਟੀਆਂ, ਮੰਜਾ ਡੋਗਰਾ ਤੇ ਬੋਦਲੇ ਜਾਗੀਰਦਾਰਾਂ ਦੇ ਇਲਾਕੇ ਉਗਰਾਹੁਣ ਨੂੰ ਛਿੜ ਗਏ। ਦਲ ਖਾਲਸਾ ਨੇ ਜਦ ਸੰਮਤ 1799 ਬਿਕਰਮੀ ਵਿੱਚ ਸਰਦਾਰ ਆਲਾ ਸਿੰਘ ਫੂਲਕੇ ਦੀ ਬਰਨਾਲੇ ਵਿੱਚ ਘੇਰੇ ਦੀ ਸਹਾਇਤਾ ਕੀਤੀ ਸੀ ਤੇ ਮੰਜਾਂ, ਭੱਟੀਆਂ ਤੇ ਮਲੇਰਕੋਟਲੀਆਂ ਨੂੰ ਮਾਰ ਭਜਾਇਆ ਸੀ, ਇਸ ਦੀ ਉਸ ਵੇਲੇ ਤੋਂ ਹੀ ਇਸ ਪਾਸੇ ਚੰਗੀ ਧਾਂਕ ਬੈਠ ਗਈ ਸੀ। ਹੁਣ ਫੂਲਕੇ ਫਿਰ ਇਹਨਾਂ ਦੀ ਸਹਾਇਤਾ ਨਾਲ ਇਹਨਾਂ ਗੋਤਾਂ ਨੂੰ ਤੱਕ ਕੇ ਵਧਣ ਲੱਗੇ। ਭੱਟੀ, ਮੰਝ ਤੇ ਡੋਗਰ ਆਦਿ ਖਾਲਸਾ ਦਲ ਤੋਂ ਬੜਾ ਭੈ ਖਾਣ ਲੱਗ ਪਏ ਸਨ। ਇਹ ਕਿਤੇ ਮੁੜ ਸਿਰ ਨਾ ਚੁੱਕਣ, ਇਸੇ ਲਈ ਦਲ ਖਾਲਸਾ ਇੱਧਰ ਫੇਰਾ ਪਾ ਆਉਂਦਾ ਸੀ। 1734 ਈਸਵੀ ਵੇਲੇ ਦੇ ਕਈ ਜਥੇ ਹਾਂਸੀ, ਹਿਸਾਰ ਤੇ ਭਵਾਨੀ ਤੱਕ ਆਏ ਹੋਏ ਸਨ ਤੇ ਬਿਨਾਂ ਰੋਕ ਟੋਕ ਇਲਾਕੇ ਵਿੱਚ ਉਗਰਾਹੀਆਂ ਕਰ ਰਹੇ ਸਨ। ਜ਼ਕਰੀਆ ਖਾਨ ਦੀ ਨੀਅਤ ਬਦਲੀ ਤੇ ਜਗੀਰ ਦੀ ਜ਼ਬਤੀ। ਇਸ ਸਮੇਂ ਸ਼੍ਰੀ ਅੰਮ੍ਰਿਤਸਰ ਵਿਖੇ ਬਹੁਤ ਥੋੜੇ ਸਿੰਘ ਹਾਜ਼ਰ ਸਨ। ਬਾਕੀ ਸਾਰੇ ਪੰਜਾਬ, ਮਾਲਵੇ, ਭਵਾਨੀ, ਹਾਂਸੀ, ਹਿਸਾਰ ਤੱਕ ਖਿੰਡੇ ਪੁੰਡੇ ਹੋਏ ਸਨ। ਇਸ ਹਾਲਤ ਨੇ ਜ਼ਕਰੀਆ ਖਾਨ ਦੇ ਮਨ ਵਿੱਚ ਕੁਰਬਲਾਂਦੀ ਬੇਈਮਾਨੀ ਨੂੰ ਉਤੇਜਿਤ ਕਰ ਦਿੱਤਾ ਤੇ ਉਸ ਦੀ ਨੀਅਤ ਬਿਲਕੁਲ ਬਦਲ ਗਈ। ਉਸ ਨੂੰ ਫੁਰਿਆ ਕਿ ਸਿੰਘਾਂ ਦੀ ਦਿਨ ਬ ਦਿਨ ਵੱਧ ਰਹੀ ਤਾਕਤ ਨੂੰ ਕਰਾਰੀ ਸੱਟ ਮਾਰ ਕੇ ਖਤਮ ਕਰਨ ਦਾ ਮੌਕਾ ਬਣ ਗਿਆ ਹੈ। ਉਹ ਇਸੇ ਹੀ ਤਾੜ ਵਿੱਚ ਸੀ ਜਿਸ ਖਾਤਰ ਉਹਨਾਂ ਨੂੰ ਪਦਵੀਆਂ ਤੇ ਜਾਗੀਰਾਂ ਦੇ ਕੇ ਸੁਸਤ ਤੇ ਅਵੇਸਲਾ ਕਰਨ ਦੀ ਉਸਨੇ ਦਿੱਲੀ ਨਾਲ ਮਿਲ ਕੇ ਵਿਉਂਤ ਬਣਾਈ ਸੀ। 1735 ਈਸਵੀ ਵਿੱਚ ਜਾਗੀਰ ਜ਼ਬਤ ਕਰ ਲਈ ਤੇ ਨਵਾਬ ਕਪੂਰ ਸਿੰਘ ਨੂੰ ਲਿਖ ਭੇਜਿਆ ਕਿ ਹੁਣ ਦੇਸ਼ ਵਿੱਚ ਅਮਨ ਚੈਨ ਹੋ ਗਿਆ ਹੈ। ਸਿੰਘ ਪਿੰਡਾਂ ਵਿੱਚ ਵਾਹੀ ਬੀਜੀ ਕਰਕੇ ਗੁਜ਼ਾਰਾ ਕਰਨ। ਜਿਸ ਸਿੰਘ ਨੂੰ ਸਰਕਾਰੀ ਨੌਕਰੀ ਦੀ ਇੱਛਾ ਹੋਵੇ, ਇਸ ਦੀ ਵੀ ਪੂਰੀ ਖੁੱਲ੍ਹ ਹੈ, ਬੇਸ਼ੱਕ ਕਰ ਲਵੇ। ਨਵਾਬ ਕਪੂਰ ਸਿੰਘ ਨੇ ਉੱਤਰ ਵਜੋਂ ਲਿਖ ਭੇਜਿਆ ਕਿ ਸਿੰਘਾਂ ਨੂੰ ਕਿਸੇ ਹਾਲਤ ਵਿੱਚ ਵੀ ਤੁਹਾਡੀ ਤਾਬੇਦਾਰੀ ਮਨਜ਼ੂਰ ਨਹੀਂ, ਪਰ ਹਾਂ ਜੇ ਤੁਹਾਨੂੰ ਕੋਈ ਮੁਹਿੰਮ ਆ ਪਊ ਤਾਂ ਤੁਹਾਡੀ ਮਦਦ ਨੂੰ ਖਾਲਸਾ ਤਿਆਰ ਬਰ-ਤਿਆਰ ਹੈ। ਅਸੀਂ ਆਪਣੇ ਬਚਨ ਤੇ ਕਾਇਮ ਹਾਂ। ਹੁਣ ਤੁਸੀਂ ਈਮਾਨ ਹਾਰ ਗਏ ਹੋ ਤੇ ਆਪਣੇ ਕੀਤੇ ਕੌਲਾਂ ਤੋਂ ਝੂਠੇ ਪੈ ਕੇ ਅਕਾਰਨ ਹੀ ਬਹਾਨੇ ਬਣਾ ਕੇ ਜਾਗੀਰ ਬੰਦ ਕਰ ਰਹੇ ਹੋ। ਇਸ ਤੋਂ ਮੁੜ ਪੈਦਾ ਹੋਣ ਵਾਲੀ ਬਦਅਮਨੀ ਤੇ ਉਸ ਦੀਆਂ ਸਿੱਟੀਆਂ ਦੇ ਜ਼ਿੰਮੇਵਾਰ ਤੁਸੀਂ ਆਪ ਹੋਵੋਗੇ। ਅਸੀਂ ਅਮਨ ਚੈਨ ਚਾਹੁੰਦੇ ਹਾਂ ਤੇ ਪੂਰੀ ਦ੍ਰਿੜਤਾ ਨਾਲ ਆਪਣੇ ਇਕਰਾਰ ਤੇ ਕਾਇਮ ਹਾਂ, ਪਰ ਤੁਸਾਂ ਆਪਣੇ ਕੌਲ ਨੂੰ ਭੰਗ ਕਰਕੇ ਜੇ ਮੁੜ ਸਿੰਘਾਂ ਉੱਤੇ ਸਖਤੀ ਆਰੰਭੀ ਤੇ ਉਹਨਾਂ ਨੂੰ ਮਜਬੂਰ ਕਰਕੇ ਤਲਵਾਰ ਫੜਾਈ ਤਾਂ ਦੋਸ਼ ਉਹਨਾਂ ਦਾ ਨਹੀਂ, ਤੁਹਾਡਾ ਆਪਣਾ ਹੋਵੇਗਾ। ਅਸੀਂ ਪਹਿਲ ਨਹੀਂ ਕਰਾਂਗੇ ਤੇ ਜੇ ਤੁਸਾਂ ਹੈਂਕੜ ਤੇ ਮੂਰਖਤਾ ਵਸ ਹੋ ਕੇ ਵਾਰ ਕੀਤਾ ਤਾਂ ਕਦਾਚਿਤ ਇਹ ਨਾ ਭੁੱਲਣਾ ਕਿ ਖਾਲਸਾ ਆਪਣੇ ਉੱਤੇ ਹੋਏ ਵਾਰ ਨੂੰ ਝੱਲ ਕੇ ਮੋੜਵਾਂ ਕਰਨਾ ਵੀ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ। ਤੁਸੀਂ ਇਸ ਤੋਂ ਭਲੀ ਭਾਂਤ ਜਾਣੂ ਹੋ। ਸਾਨੂੰ ਤੁਹਾਡੀ ਕੋਈ ਭੁੱਲ ਨਹੀਂ ਤੇ ਸਾਡੇ ਬਾਰੇ ਤੁਹਾਥੋਂ ਕੁਝ ਕੁੱਥਾ ਨਹੀਂ। ਅਸੀਂ ਤੁਹਾਨੂੰ ਇੱਕ ਵਾਰ ਫਿਰ ਕਹਿੰਦੇ ਹਾਂ ਕਿ ਦੇਸ਼ ਵਿੱਚ ਅਮਨ ਚੈਨ ਬਣਿਆ ਰਹਿਣ ਦਿਓ। ਯਾਦ ਰੱਖੋ, ਖਾਲਸਾ ਤੁਹਾਡੀ ਜਾਗੀਰ ਵਿੱਚ ਕੈਦ ਨਹੀਂ ਰਹਿ ਸਕਦਾ। ਸਾਂਭੋ ਆਪਣੀ ਜਾਗੀਰ, ਸਾਰਾ ਪੰਜਾਬ ਹੀ ਸਾਡੀ ਜਾਗੀਰ ਹੈ। ਸਿੰਧ ਤੋਂ ਗੰਗਾ ਤੱਕ ਦਾ ਮੈਦਾਨ ਸਾਡੇ ਘੋੜਿਆਂ ਦੀ ਭਾਂਜ ਲਈ ਥੋੜ੍ਹਾ ਹੈ। ਜੇ ਕੋਈ ਛੇੜਖਾਨੀ ਜਾਂ ਵਧੀਕੀ ਕੀਤੀ ਤਾਂ ਯਾਦ ਰੱਖਿਓ, ਸਾਡੀਆਂ ਤੇਗਾਂ ਨੂੰ ਜੰਗਾਲ ਨਹੀਂ ਲੱਗ ਗਿਆ। ਇਹ ਤੇਰੀ ਫੌਜ ਤੇ ਤੇਰੇ ਗਾਜੀਆਂ ਦੇ ਖੂਨ ਵਿੱਚ ਤਾਰੀਆਂ ਲਾਉਣਗੀਆਂ। ਆਪਣੇ ਹੋਸ਼ ਤੇ ਹਵਾਸ ਪੂਰੇ ਕਾਇਮ ਰੱਖਣੇ। ਖਾਲਸਾ ਹਰ ਸੂਰਤ ਹਾਲਾਤ ਨਾਲ ਨਿਬੜਨਾ ਜਾਣਦਾ ਹੈ। ਜ਼ਕਰੀਆ ਖਾਨ ਨੇ ਇਹਨਾਂ ਗੱਲਾਂ ਵੱਲ ਕੋਈ ਧਿਆਨ ਨਾ ਦਿੱਤਾ।
1736 ਈਸਵੀ ਵਿੱਚ ਆਪਣੇ ਦੀਵਾਨ ਲਖਪਤ ਰਾਏ ਤੇ ਭਤੀਜੇ ਮੁਖਲਸ ਖਾਨ ਦੇ ਤਹਿਤ 10,000 ਗਸ਼ਤੀ ਫੌਜ ਦੇ ਕੇ ਸਿੰਘਾਂ ਦੇ ਵਿਰੁੱਧ ਚਾੜ ਦਿੱਤਾ। ਸ਼ਹਿਰਾਂ ਗ੍ਰਾਮਾਂ ਵਿੱਚ ਢੋਲ ਵਜਵਾ ਕੇ ਢੰਡੋਰਾ ਫਿਰਵਾ ਦਿੱਤਾ ਕਿ ਜੋ ਸਿੰਘਾਂ ਨੂੰ ਦੱਸ ਪਾ ਕੇ ਫੜਵਾਏਗਾ ਜਾਂ ਕਿਸੇ ਸਿੰਘ ਦਾ ਸਿਰ ਵੱਢ ਕੇ ਲਾਹੌਰ ਪਹੁੰਚਾਏਗਾ ਉਸ ਨੂੰ ਇਨਾਮ ਦਿੱਤਾ ਜਾਵੇਗਾ, ਇੱਜ਼ਤ ਵਧਾਈ ਜਾਵੇਗੀ। ਇਸ ਸਮੇਂ ਲੋਭੀ ਲੋਕ ਜਿਨ੍ਹਾਂ ਦੇ ਸਿਰ ਨੂੰ ਸਿੱਖ ਮਾਰ ਮਰਵਾ ਕੇ ਸਵਾਬ ਹਾਸਲ ਕਰਨ ਦਾ ਬਹੁਤਾ ਜੋਸ਼ ਤੇ ਚਾਅ ਸੀ, ਥੋੜੇ ਹੀ ਸਿੰਘਾਂ ਪਿੱਛੇ ਪਏ, ਕਿਉਂਕਿ ਪਹਿਲੇ ਜਦ ਸੰਮਤ 1787 ਨੂੰ ਜਿਨ੍ਹਾਂ ਨੇ ਮਾਰੇ ਮਰਵਾਏ ਤੇ ਇਨਾਮ ਪਾਏ ਸਨ, ਮੌਕਾ ਪਾ ਕੇ ਸਿੰਘਾਂ ਨੇ ਵੀ ਉਹਨਾਂ ਦੀਆਂ ਜੜ੍ਹਾਂ ਰਗੜ ਕੇ ਵੱਢੀਆਂ ਸਨ। ਉਹਨਾਂ ਲਿਆਂ ਬਦਲਿਆਂ ਤੋਂ ਡਰਦੇ ਚੁਗਲ, ਮੁਖਬਰ ਤੇ ਚੌਧਰੀ ਤਾਂ ਭਾਵੇਂ ਦਬੇ ਰਹੇ, ਪਰ ਗਸ਼ਤੀ ਫੌਜ ਨੇ 4 ਕੁ ਮਹੀਨੇ ਖੂਬ ਉਦਮ ਮਚਾਇਆ ਤੇ ਸਿੰਘਾਂ ਨੂੰ ਫਿਰ ਘਰ ਛੱਡਣ ਤੇ ਮਜਬੂਰ ਕਰ ਦਿੱਤਾ। ਲਖਪਤ ਦੀ ਗਸ਼ਤੀ ਫੌਜ ਮਨਮਾਨੀਆਂ ਇਸ ਲਈ ਕਰਦੀ ਰਹੀ ਕਿਉਂਕਿ ਸਿੰਘ ਸ਼੍ਰੀ ਅੰਮ੍ਰਿਤਸਰ ਤੋਂ ਦੂਰ ਖਿੰਡੇ ਪੁੰਡੇ ਹੋਏ ਸਨ। ਬੁੱਢਾ ਦਲ ਬਹੁਤੀ ਦੇਰ ਤੱਕ ਗਸ਼ਤੀ ਫੌਜ ਦਾ ਟਾਕਰਾ ਨਾ ਕਰ ਸਕਣ ਕਰਕੇ ਸਤਲੁਜੋਂ ਪਾਰ ਦੱਖਣ ਨੂੰ ਮਾਲਵੇ ਵੱਲ ਚਲਿਆ ਗਿਆ, ਜਿੱਥੇ ਸਰਦਾਰ ਆਲਾ ਸਿੰਘ ਨੇ ਉਹਨਾਂ ਦੀ ਬੜੀ ਆਓ ਭਗਤ ਕੀਤੀ, ਪਰ ਦਲ ਇੱਥੇ ਬਹੁਤੇ ਸਮੇਂ ਤੱਕ ਨਾ ਟਿਕਿਆ ਤੇ ਛੇਤੀ ਹੀ ਪਿਛਾਂਹ ਮੁੜ ਪਿਆ। ਸਰਕਾਰ ਦੀ ਮੁੜ ਸਖਤੀ ਆਰੰਭਣ ਦੀਆਂ ਖਬਰਾਂ ਹਾਂਸੀ ਹਿਸਾਰ ਵੱਲ ਫਿਰਦਿਆਂ ਤਰਣਾ ਦਲ ਨੂੰ ਵੀ ਮਿਲ ਗਈਆਂ ਤੇ ਉਹ ਪਿਛਾਂਹ ਪੰਜਾਬ ਵੱਲ ਨੂੰ ਮੁੜ ਪਿਆ ਤੇ ਦੋਵੇਂ ਦਲ ਦਰਿਆ ਟੱਪ ਪਏ। ਬੁੱਢਾ ਦਲ ਬੰਡਾਲੇ ਵਾਲੇ ਪੱਤਣੋਂ ਨਜ਼ਦੀਕ ਗਾਹਣ ਰਾਹੀਂ ਲੰਘ ਕੇ ਮਾਝੇ ਵਿੱਚ ਆ ਗਿਆ। ਤਰੁਣਾ ਦਲ ਤਲਵਣ ਦੇ ਪਾਸ ਗਾਹਣ ਲੰਘ ਕੇ ਦੁਆਬੇ ਵਿੱਚ ਆ ਚੜਿਆ ਤੇ ਮੰਝ ਰਾਜਪੂਤਾਂ ਦਾ ਦੇਸ਼ ਮੰਝਕੀ, ਜਿਸ ਵਿੱਚ ਜੰਡਿਆਲਾ, ਬੁੰਡਾਲਾ, ਤਲਵਣ, ਸਰੀ, ਸਾਕਰ, ਰੁੜਕਾ, ਨਕੋਦਰ, ਬਿਲਗਾ, ਨੂਰ ਮਹਿਲ, ਤਲਵੰਡੀ, ਦੁਸਾਂਝਾ, ਮੁਮਾਰੀ, ਦੱਖਣੀ ਆਦਿਕ ਵੱਡੇ ਧਨੀ ਪਿੰਡ ਸਨ ਨੂੰ ਚੰਗੀ ਤਰ੍ਹਾਂ ਸੋਧਿਆ ਤੇ ਮੰਝ ਰਾਜਪੂਤਾਂ ਰੰਗੜਾਂ ਦੀ ਬੁਰੀ ਤਰ੍ਹਾਂ ਆਕੜ ਭੰਨੀ, ਜੋ ਕਈ ਸਾਲ ਮੁੜ ਕੰਨ ਵਿੱਚ ਪਾਏ ਨਾ ਦੁਖੇ। ਇਸ ਤੋਂ ਪਿੱਛੋਂ ਢੱਕ, ਦੋਨਾ, ਕੰਡੀ, ਸ਼ਿਆਮ, 84 ਆਦਿਕ ਦਵਾਰੇ ਦੇ ਪਰਗਣੇ ਦੀ ਚੰਗੀ ਸੁਧਾਈ ਕੀਤੀ। ਫਿਰ ਦੋਵੇਂ ਦਲਾਂ ਮਾਝੇ ਵਿੱਚ ਰਲ ਕੇ ਗਸ਼ਤੀ ਫੌਜ ਨਾਲ ਟੱਕਰਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਸਭ ਤੋਂ ਵੱਡੀ ਟੱਕਰ ਲਾਹੌਰ ਦੇ ਲਾਗੇ ਹੁਜਰਾ ਸ਼ਾਹ ਮੁਕੀਮ ਪਾਸ ਹੋਈ, ਜਿੱਥੇ ਗਸ਼ਤੀ ਫੌਜ ਨੂੰ ਬੜੀ ਭਾਰੀ ਹਾਰ ਦਿੱਤੀ। ਇਸ ਵਿੱਚ ਦੁਵੱਲਾ ਨੁਕਸਾਨ ਹੋਇਆ। ਗਸ਼ਤੀ ਫੌਜ ਦੇ ਹਜ਼ਾਰਾਂ ਸਿਪਾਹੀਆਂ ਨਾਲ ਲਖਪਤ ਰਾਏ ਦਾ ਭਤੀਜਾ ਦੁਨੀ ਚੰਦ ਅਤੇ ਲਾਹੌਰ ਸਰਕਾਰ ਦੇ ਦੋ ਉੱਘੇ ਫੌਜਦਾਰ ਜਮਾਲ ਖਾਨ ਤੇ ਤਾਤਾਰ ਖਾਨ ਮਾਰੇ ਗਏ। ਹਾਰੀ ਹੋਈ ਫੌਜ ਨੇ ਲਾਹੌਰ ਜਾ ਦਮ ਲਿਆ। ਸਿੰਘਾਂ ਪਰਗਣੇ ਗੁਰਦਾਸਪੁਰ, ਕਲਾਨੌਰ, ਪਸਰੂਰ, ਸਿਆਲਕੋਟ, ਸੋਧਰਾ, ਵਜ਼ੀਰਾਬਾਦ, ਕੁੰਜਾ, ਅਲੀਗੜ੍ਹ, ਸ਼ਕਰਪੁਰ ਆਦਿਕ ਵੀ ਸੋਧ ਕੇ ਉਗਰਾ ਲਏ। ਸੋ ਅੱਜ ਅਸੀਂ ਇਸ ਕਿਤਾਬ ਦਾ ਦੂਜਾ ਭਾਗ ਪੰਨਾ ਨੰਬਰ 62 ਤੱਕ ਹੀ ਪੜ੍ਹਾਂਗੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।